आओ साध संगत जी क्षमा करना, ਆਪਾਂ ਦੁਬਾਰਾ ਗੱਲ ਕਰ ਰਹੇ ਹਾਂ ਜਾਪ ਸਾਹਿਬ ਚੋਂ ਅੱਖਰ ਨੇ ਤੇ ਉਹਨਾਂ ਦੇ ਉਚਾਰਨ ਬਾਰੇ। ਮੈਂ ਬੇਨਤੀ ਕਰਦੇ ਹਾਂ ਕਿ ਦੋ ਗੱਲਾਂ, ਇੱਕ ਉਚਾਰਨ ਤੇ ਇੱਕ ਵਿਸ਼ਰਾਮ, ਇਹ ਬੜੀਆਂ ਅਹਿਮ ਨੇ ਗੁਰਬਾਣੀ ਸਮਝਣ ਦੇ ਲਈ। ਤੇ ਆਮ ਹਾਲਤਾਂ ਦੇ ਵਿੱਚ ਇਹਨਾਂ ਤੇ ਬਹੁਤੀ ਗੌਰ ਨਹੀਂ ਕੀਤੀ ਜਾਂਦੀ। ਪੁਰਾਣੇ ਸਮੇਂ ਸਨ ਜਦ ਸੰਥਿਆ ਜ਼ਰੂਰੀ ਹੁੰਦੀ ਸੀ, ਬੱਚੇ ਨੇ ਜਿਸ ਵੇਲੇ ਥੋੜਾ ਜਿਹਾ ਸਮਝਣਾ ਸ਼ੁਰੂ ਕਰਨਾ ਤਾਂ ਗੁਰਦੁਆਰਿਆਂ ਵਿੱਚ ਗ੍ਰੰਥੀ ਸਿੰਘ ਸੰਥਿਆ ਦਿੰਦੇ ਹੁੰਦੇ ਸਨ, ਬੜਾ ਚੰਗਾ ਰਵਾਜ ਸੀ। ਹੁਣ ਸੰਥਿਆ ਡੇਰਿਆਂ ਵਿੱਚ ਤਾਂ ਸ਼ਾਇਦ ਹੁੰਦੀ ਹੋਵੇ, ਆਮ ਗੁਰਦੁਆਰਾ ਸਾਹਿਬ ਵਿਖੇ ਸੰਥਿਆ ਦੀਆਂ ਕਲਾਸਾਂ ਕਦੀ ਦੇਖੀਆਂ ਨਹੀਂ, ਜਦ ਕਿ ਹਰ ਗੁਰਦੁਆਰਾ ਸਾਹਿਬ ਵਿਖੇ ਸੰਥਿਆ ਹੋਣੀ ਚਾਹੀਦੀ। ਔਰ ਸੰਥਿਆ ਦੇਣ ਵਾਲੇ ਜਿਹੜੇ ਨੇ ਉਹ ਵੀ ਪਹਿਲੇ ਮਤਲਬ ਜਿਨ੍ਹਾਂ ਨੇ ਇਸ ਪਾਸੇ ਆਪਣਾ ਸਮਾਂ ਲਾਇਆ ਹੈ, ਸਿੱਖਿਆ ਲਈ ਹੈ, ਉਹ ਸਾਂਝੀ ਕਰਨੀ ਚਾਹੀਦੀ। ਪਰ ਇਨ ਐਨੀ ਕੇਸ ਸੰਥਿਆ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸੰਥਿਆ ਨਾ ਹੋਣ ਕਰਕੇ ਅਸੀਂ ਜਿਸ ਤਰ੍ਹਾਂ ਵੀ ਦਿਲ ਆਵੇ ਇੱਕ ਤਾਂ ਪਾਠ ਕਰ ਲੈਂਦੇ ਹਾਂ। ਦੂਜੀ ਗੱਲ ਇਹ ਹੈ ਕਿ ਹਰ ਇੱਕ ਦੀ ਸਾਡੀ ਇਹ ਚੰਗੀ ਗੱਲ ਨਹੀਂ ਹੈ ਸਾਡੀ ਕੌਮ ਲਈ ਕਿ ਹਰ ਗੱਲ ਤੇ ਸਾਡੀਆਂ 2-2 3-3 4-4 ਤੋਂ ਵੀ ਜ਼ਿਆਦਾ ਰਾਵਾਂ ਨੇ। ਉਚਾਰਨ ਤੇ ਵੀ ਨੇ, ਗ੍ਰਾਮਰ ਪੱਖ ਤੇ ਵੀ ਨੇ। ਇਹ ਤੇ ਨਹੀਂ ਦਿੰਦੇ, ਉਹ ਕਹਿੰਦੇ ਜੀ ਗ੍ਰਾਮਰ ਦੀ ਲੋੜ ਹੀ ਕੋਈ ਨਹੀਂ, ਜਦ ਕਿ ਗ੍ਰਾਮਰ ਤੇ ਪੰਕਚੁਏਸ਼ਨ ਜਿਹੜੀ ਹੈ, ਵਿਸ਼ਰਾਮ ਲਾਣਾ, ਇਹ ਬਹੁਤ ਜ਼ਰੂਰੀ ਹੈ। ਜਿਸ ਵੇਲੇ ਇਹ ਸਮਝ ਆ ਜਾਣ ਤਾਂ ਗੁਰਬਾਣੀ ਕਾਫੀ ਹੱਦ ਤੱਕ ਸਮਝ ਆ ਜਾਂਦੀ ਹੈ। ਜੇ ਨਾ ਸਮਝਾਉਣ ਤਾਂ ਕਈ ਵਾਰੀ ਅਰਥਾਂ ਦੇ ਅਨਰਥ ਹੋ ਜਾਂਦੇ ਨੇ, ਜੇ ਇੱਕ ਅੱਖਰ ਵੀ ਪੰਕਚੁਏਸ਼ਨ ਵੇਲੇ, ਵਿਸ਼ਰਾਮ ਵੇਲੇ ਅੱਗੇ ਪਿੱਛੇ ਹੋ ਜਾਏ। ਤਾਂ ਉਹਦੇ ਕਈ ਆਪਾਂ ਗੁਰਬਾਣੀ ਚੋਂ ਉਹਦੀਆਂ ਉਦਾਹਰਣਾਂ ਵੀ ਲੈ ਸਕਦੇ ਹਾਂ, ਜਿਹਦੇ 'ਚ ਪਤਾ ਲੱਗਦਾ ਹੈ ਕਿ ਜੇ ਆਪਾਂ ਪੰਕਚੁਏਸ਼ਨ ਠੀਕ ਨਹੀਂ ਕੀਤੀ ਤਾਂ ਉਹਦੇ ਅਰਥ ਹੀ ਹੋਰ ਹੋ ਜਾਣ। ਤਾਂ ਇਸ ਲਈ ਮੈਂ ਬਹੁਤਾ ਸਮਾਂ ਆਪ ਜੀ ਦਾ ਨਹੀਂ ਲੈਂਦਾ। ਮੈਂ ਇੱਕੋ ਬੇਨਤੀ ਕਰਾਂਗਾ ਜਿੰਨੀ ਵੀ ਸੰਗਤ ਹੈ ਕਿ ਆਪਾਂ ਇਸ ਗੱਲ ਦਾ ਪ੍ਰਚਾਰ ਕਰਨਾ ਹੈ ਕਿ ਸੰਥਿਆ ਬਹੁਤ ਜ਼ਰੂਰੀ ਹੈ, ਇਹਦੇ ਵੱਲ ਪੂਰਾ ਧਿਆਨ ਦੇਣਾ ਚਾਹੀਦਾ। ਤੇ ਇੱਕ ਹੋਰ ਗੱਲ ਜਿਹੜੀ ਹੈ ਕਿ ਉਚਾਰਨ ਪੱਖੀ, ਜਿਵੇਂ ਮੈਂ ਪਹਿਲੇ ਬੇਨਤੀ ਇਸ਼ਾਰਾ ਕੀਤਾ ਹੈ, ਉਚਾਰਨ ਲੈ ਕੇ ਵੀ ਵਿਰੋਧੀ ਭਾਸ ਨੇ ਵੀ ਇੰਜ ਨਹੀਂ ਜੀ ਇੰਜ ਉਚਾਰਨ ਕਰਨਾ, ਇੰਜ ਨਹੀਂ ਤੇ ਇੰਜ ਉਚਾਰਨ ਕਰਨਾ। ਗੱਲ ਤੇ ਇਹ ਹੈ ਵੀ ਆਪਾਂ ਅਸਲ ਗੱਲ ਜਿਹੜੀ ਹੈ ਸੋਚਣ ਵਾਲੀ ਇਹ ਹੈ ਕਿ ਜਿਹੜਾ ਵੀ ਉਚਾਰਨ ਹੈਗਾ ਦੇਖੀਏ ਉਹਦੇ ਨਾਲ ਉਹਦਾ ਅਰਥ ਭਾਵ ਠੀਕ ਨਿਕਲਦਾ ਕਿ ਨਹੀਂ। ਅਰਥ ਭਾਵ ਠੀਕ, ਕਈ ਐਸੇ ਅੱਖਰ ਨੇ, ਬਹੁਤ ਸਾਰੇ ਅੱਖਰ ਐਸੇ ਨੇ ਜਿਨ੍ਹਾਂ ਦੇ ਸ਼ਬਦਾਰਥ ਨਹੀਂ, ਸ਼ਬਦ ਭਾਵ ਨਾਲ ਜ਼ਰੂਰੀ ਚੱਲਦੇ ਨੇ, ਜਿਹੜੇ ਕਿ ਪ੍ਰੋਫੈਸਰ ਸਾਹਿਬ ਸਿੰਘ ਨੇ ਬੜੀ ਕਿਰਪਾ ਕੀਤੀ। ਬੜਿਆਂ ਹੀ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਜਿਹੜੇ ਅੱਖਰ ਨੇ ਉਹਨਾਂ ਦੇ ਕੇਵਲ ਸ਼ਬਦਾਰਥ ਨਹੀਂ, ਸ਼ਬਦ ਭਾਵ ਹੀ। ਕੱਲ ਜਿਵੇਂ ਗੱਲ ਚੱਲ ਰਹੀ ਸੀਗੀ ਤਾਂ ਉਹਨਾਂ ਰੈਫਰੈਂਸ ਦਿੱਤਾ ਸੀ ਵੀਰ ਚੰਜੀਵ ਸਿੰਘ ਜੀ ਨੇ, ਇੰਗਲਿਸ਼ ਵਿੱਚ ਖਾਸ ਕਰਕੇ ਜਿਹੜੀਆਂ ਟਰਾਂਸਲੇਸ਼ਨ ਹੋਈਆਂ ਨੇ 4-5 ਜਿਹੜੀਆਂ ਆਮ ਚੱਲਦੀਆਂ ਨੇ, ਉਹਨਾਂ 'ਚ ਤਕਰੀਬਨ ਉਹਨਾਂ ਦੇ ਲਫ਼ਜ਼ੀ ਅਰਥ ਕੀਤੇ ਨੇ, ਸ਼ਬਦ ਭਾਵ ਵੱਲ ਗਏ ਹੀ ਨਹੀਂ। ਤੇ ਉਹ ਗੱਲ ਬਣਦੀ ਨਹੀਂ। ਤੁਸੀਂ ਕਦੀ ਵੀ ਦੇਖ ਲਓ, ਜਿਸ ਵੇਲੇ ਟੈਲੀਵਿਜ਼ਨ ਤੇ ਕੀਰਤਨ ਆ ਰਿਹਾ ਹੁੰਦਾ, ਥੱਲੇ ਇੰਗਲਿਸ਼ ਟਰਾਂਸਲੇਸ਼ਨ ਹੁੰਦੀ ਹੈ, ਤਾਂ ਉਹ ਤੇ ਬਿਲਕੁਲ ਜੇ ਮਤਲਬ ਹੈ ਵੀ ਜਿਵੇਂ ਸਾਹਮਣੇ ਡਿਕਸ਼ਨਰੀ ਰੱਖ ਕੇ ਨਾ ਉਹਦਾ ਆਖਰੀ ਅਰਥ ਹੀ ਕੀਤਾ ਹੋਇਆ, ਉਹ ਗੱਲ ਬਣਦੀ ਨਹੀਂ। ਸੋ ਇਸ ਕਰਕੇ ਸਾਨੂੰ ਇਸ ਪਾਸੇ ਵਿਚਾਰਨ ਦੀ ਲੋੜ ਹੈ। ਆਓ ਆਪਾਂ ਚੱਲਦੇ ਹਾਂ। ਕੁਦਰਤੀ ਸਤਿਗੁਰੂ ਨੇ ਕਿਰਪਾ ਕੀਤੀ, ਸਾਡੇ ਕੋਲ ਇੱਕ ਨਹੀਂ ਦੋ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਹੈਗੇ ਨੇ ਜਿਹੜੇ ਸਾਡੀ ਇਸ ਪੱਖ 'ਚ ਬੜੀ ਮਦਦ ਕਰ ਸਕਦੇ ਨੇ। ਤਾਂ ਮੈਂ ਹੁਣ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਅਨੰਦਪੁਰ ਸਾਹਿਬ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਇਹ ਜਿਹੜਾ ਲਫ਼ਜ਼ ਹੈ ਨੰਨਾ ਮੰਮਾ ਸੱਸਾ ਤੱਤਾ ਐੜੇ ਤੇ ਟਿੱਪੀ, ਤੇ ਦੂਜਾ ਨੰਨਾ ਮੰਮਾ ਸੱਸਾ ਤੱਤੇ ਤੇ ਟਿੱਪੀ ਤੇ ਪੈਰ 'ਚ ਵਵਾ, ਇਹਦਾ ਉਚਾਰਨ ਕਿਵੇਂ ਕਰਨਾ ਹੈ, ਇਹ ਕੁਐਸਚਨ ਆਇਆ ਟੀਪੀ ਸਿੰਘ ਜੀ ਵੱਲੋਂ। ਗਿਆਨੀ ਜੀ ਤੁਸੀਂ ਕਿਰਪਾ ਕਰਕੇ ਇੱਥੇ ਚਾਨਣਾ ਪਾਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਕੋਲ ਇੱਕ ਤਾਂ ਆਵਾਜ਼ ਬੜੀ ਥੋੜੀ ਆ ਰਹੀ ਹੈ, ਤੇ ਇੱਕ ਵਾਰ ਫਿਰ ਦੁਹਰਾਇਓ ਜੀ। ਤੁਹਾਡੇ ਮੰਮਾ ਸੱਸਾ ਤੱਤਾ ਐੜੇ ਤੇ ਟਿੱਪੀ, ਦੂਜਾ ਹੈਗਾ ਨੰਨਾ ਮੰਮਾ ਸੱਸਾ ਤੱਤੇ ਤੇ ਟਿੱਪੀ ਪੈਰ 'ਚ ਵਵਾ, ਉਹ ਕਹਿੰਦੇ ਕਿਵੇਂ ਉਚਾਰਨ ਕਰਨਾ। ਅੱਛਾ, ਜਿੱਥੇ ਤੇ ਐੜੇ ਤੇ ਟਿੱਪੀ ਹੈ ਨਾ ਜੀ, ਹਾਂਜੀ, ਉਹ ਤੱਤੇ ਨੂੰ ਔਂਕੜ ਵੀ ਹੋਣਾ ਚਾਹੀਦਾ, ਨਵਸਤਵੰ। ਠੀਕ ਹੈ ਜੀ, ਨਵਸਤਵੰ, ਤੱਤੇ ਨੂੰ ਔਂਕੜ ਤੇ ਐੜੇ ਨੂੰ ਟਿੱਪੀ, ਤਵੰਗ ਬੋਲਣਾ ਹੁਣ, ਠੀਕ ਹੈ, ਇਹਨੂੰ ਨਮਸਕਾਰ ਹੈ। ਠੀਕ ਹੈ। ਅੱਛਾ, ਇਸੇ ਤਰ੍ਹਾਂ ਨੰਨਾ ਮੰਮਾ ਸੱਸਾ ਪੈਰ 'ਚ ਵਾਵਾ ਤੇ ਉੱਤੇ ਟਿੱਪੀ, ਹਾਂਜੀ, ਤੇ ਇਹਦਾ ਉਚਾਰਨ ਜਿਹੜਾ ਨਮਸਤਵੰ। ਠੀਕ ਹੈ।
ਉੱਥੇ ਤੁਅੰਗ ਹੋ ਜਾਣਾ ਤੇ ਹਾਂਜੀ। ਇੱਥੇ ਤੁਅੰਗ ਹੋ ਜਾਣਾ ਸਿੱਧਾ ਹੀ। ਠੀਕ ਹੈ ਜੀ। ਮੇਰੇ ਗਿਆਨੀ ਜੀ ਇਹ ਵੀ ਦੱਸੋ ਵੀ ਇਹ ਤਾਂ ਪਹਿਲਾ ਸਟੈਂਜ਼ਾ ਹੀ ਹੈ ਤੇ ਇਸ ਤੋਂ ਜਿਹੜਾ ਅਗਲਾ ਸਟੈਂਜ਼ਾ ਉਹ ਨੰਨਾ ਮੰਮਾ ਸੱਸਾ ਤੱਤੇ ਤੇ ਟਿੱਪੀ ਹੈ, ਉਹਨੂੰ ਕਿਵੇਂ ਉਚਾਰਨ ਕਰਨਾ? ਨਮਸਤੰ। ਅੱਛਾ, ਉਹਨੂੰ ਮਸਤਨ। ਠੀਕ ਹੈ ਜੀ। ਹਾਂ, ਉਹ ਤੱਤੇ ਨੂੰ ਜਿਹੜੀ ਟਿੱਪੀ ਲੱਗੀ ਹੋਈ ਹੈ ਉਹਨੂੰ ਛੋਹ ਦੇਣਾ। ਅੱਛਾ ਜੀ, ਮਤਲਬ ਉਹਨੂੰ ਜਿਵੇਂ ਤੁਸੀਂ ਉਦੋਂ ਕਿਸੇ ਹੋਰ ਸ਼ਬਦ ਦੱਸੇ ਸੀ, ਉਹਨੂੰ ਮਤਲਬ ਅੰਗ ਕਰਕੇ ਬੋਲਣਾ ਹੈ ਜੀ। ਹਾਂ, ਅੰਗ ਨੰਗੇ ਦੇ ਨੇੜੇ ਹੋ ਜਾਏਗੀ ਉਹਦੀ ਜਿਹੜੀ ਆਵਾਜ਼ ਆਪਾਂ ਜਦੋਂ ਛੱਡਦੇ ਹਾਂ, ਉਹ ਨੰਗੇ ਦੇ ਨੇੜੇ ਹੋ ਜਾਏਗੀ। ਠੀਕ ਉਹ ਹੈ ਜੀ। ਟਿੱਪੀ ਦੀ ਆਵਾਜ਼ ਹੈ, ਪਰ ਉਹਦੇ ਤੇ ਗੱਗਾ ਨਹੀਂ ਨੇੜੇ ਆਉਣਾ ਚਾਹੀਦਾ। ਠੀਕ ਹੈ, ਮਸਤੰਗ ਨਹੀਂ ਕਹਿਣਾ, ਮਸਤੰਗ, ਉਹ ਫਿਰ ਨੰਗੇ ਦੀ ਆਵਾਜ਼ ਆ ਜਾਏਗੀ, ਹੈ ਨਾ? ਹਾਂਜੀ ਹਾਂਜੀ, ਨੰਗੇ ਦੇ ਨੇੜੇ ਹੋ ਜਾਂਦੀ। ਨਾਕੀ ਆਵਾਜ਼ ਹੈ ਨਾ ਜੀ, ਨਾਕੀ, ਇਹ ਨਾਸਕੀ ਆਵਾਜ਼ਾਂ ਨੇ ਸਾਰੀਆਂ। ਠੀਕ ਹੈ ਜੀ, ਸ਼ੁਕਰੀਆ ਜੀ। ਤੋ ਉਮੀਦ ਹੈ ਬਈ ਸੰਗਤ ਨੂੰ ਇਹ ਜਿਹੜਾ ਇਹਨਾਂ ਨੇ ਗਿਆਨੀ ਜੀ ਨੇ ਖੋਲ ਕੇ ਦੱਸਿਆ, ਔਰ ਚੈਟ ਤੇ ਵੀ ਇੱਕ ਸੰਗਤ ਦੇ ਮੈਂਬਰ ਨੇ ਲਿਖਿਆ ਵੀ ਠੀਕ ਹੈ। ਤੋ ਬਾਕੀ ਵੀ ਜੇ ਸਟਿਲ ਕਿਸੇ ਦਾ ਕੋਈ ਡਾਊਟ ਹੋਵੇ, ਜਿਵੇਂ ਪਹਿਲੇ ਬੇਨਤੀ ਕੀਤੀ, ਕਿਰਪਾ ਕਰਕੇ ਉਹ ਆਪਣਾ ਗਰੁੱਪ ਚੈਟ ਤੇ ਜਾਂ ਵੈਸੇ ਸਵਾਲ ਵਿੱਚ ਲਿਖ ਦੇ। ਸ਼ੁਕਰੀਆ ਜੀ ਗਿਆਨੀ ਜੀ, ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ। ਆਪਾਂ ਅਗਲੇ ਜੀ, ਅਗਲਾ ਸਵਾਲ ਜਿਹੜਾ ਉਹ ਹੈ ਕਿ ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਜਾਂ ਗੋਲਡਨ ਟੈਂਪਲ, ਇਹ ਉਚਾਰਨ ਮਤਲਬ ਭਾਵੇਂ ਕਿਸ ਨਾਂ ਨਾਲ ਆਪਾਂ ਉਚਾਰੀਏ, ਕਿਉਂਕਿ ਅੰਮ੍ਰਿਤਸਰ ਸਾਹਿਬ ਜਿਹੜਾ ਸਾਡਾ ਕੇਂਦਰੀ ਸਥਾਨ ਹੈ, ਉਹਨੂੰ ਕੋਈ ਗੋਲਡਨ ਟੈਂਪਲ ਕਹਿ ਰਹੇ ਨੇ, ਕੋਈ ਹਰਿਮੰਦਰ ਕਹਿ ਰਹੇ ਨੇ, ਕੋਈ ਦਰਬਾਰ ਸਾਹਿਬ ਕਹਿ ਰਹੇ ਨੇ। ਤੋ ਇਹਦਾ ਕੀ ਸਹੀ ਨਾਮ ਕੀ ਹੈਗਾ, ਇਹਦੇ ਬਾਰੇ ਬੇਨਤੀ ਕਰ ਰਿਹਾ ਮਨਮੋਹਨ ਸਿੰਘ ਜੀ, ਪੁੰਛ ਸਰਕਲ ਵਾਲੇ, ਕਿਰਪਾ ਕਰਕੇ ਇਹਨੂੰ ਡਿਟੇਲ ਵਿੱਚ ਦੱਸੋ ਜੀ। ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸਵਾਲ ਵੀਰ ਜੀ ਨੇ ਪੜ੍ਹ ਕੇ ਸੁਣਾਇਆ ਹੈ ਕਿ ਸਾਡਾ ਜੋ ਕੇਂਦਰੀ ਧਾਰਮਿਕ ਸਥਾਨ ਹੈ ਦਰਬਾਰ ਸਾਹਿਬ, ਉਸਨੂੰ ਕਿਤੇ ਹਰਮੰਦਰ ਸਾਹਿਬ, ਕਿਤੇ ਸਵਰਨ ਮੰਦਰ, ਕਿਤੇ ਗੋਲਡਨ ਟੈਂਪਲ ਦੇ ਨਾਂ ਦੇ ਨਾਲ ਪੁਕਾਰਿਆ ਜਾਂਦਾ ਹੈ। ਤੇ ਅਸਲ ਵਿੱਚ ਇਹਨੂੰ ਕੀ ਕਹਿਣਾ ਚਾਹੀਦਾ, ਨਾਂ ਨਾਲ ਬੁਲਾਇਆ ਜਾਣਾ ਚਾਹੀਦਾ। ਜਿੱਥੇ ਤੱਕ ਦਰਬਾਰ ਸਾਹਿਬ ਦੀ ਅਸੀਂ ਥੋੜੀ ਜਿਹੀ, ਤੇ ਜਦੋਂ ਤੀਜੇ ਪਾਤਸ਼ਾਹ ਦੇ ਹੁਕਮ ਦੇ ਉੱਤੇ ਚੌਥੇ ਪਾਤਸ਼ਾਹ ਨੇ ਇਸ ਜਗ੍ਹਾ ਨੂੰ ਖਰੀਦਿਆ ਤੇ ਇਸ ਨੂੰ ਵੱਖ-ਵੱਖ ਨਾਂ ਦੇ ਨਾਲ ਗੁਰੂ ਕਾ ਚੱਕ, ਗੁਰੂ ਰਾਮਦਾਸ, ਰਾਮਦਾਸਪੁਰ, ਇਹਨਾਂ ਨਾਵਾਂ ਦੇ ਨਾਲ ਯਾਦ ਕੀਤਾ ਜਾਣ ਲੱਗਾ, ਨਾਂ ਦਿੱਤੇ ਗਏ। ਉਸ ਤੋਂ ਬਾਅਦ ਜਦੋਂ ਸਤਿਗੁਰੂ ਪਾਤਸ਼ਾਹ ਨੇ ਸਰੋਵਰ ਤੋਂ ਬਾਅਦ ਦਰਬਾਰ ਸਾਹਿਬ ਦੀ ਇਮਾਰਤ ਤਿਆਰ ਕੀਤੀ, ਤਾਂ ਇਤਿਹਾਸਕ ਸਰੋਤ ਜੋ ਸਾਡੇ ਕੋਲ ਹਨ ਉਹ ਇਹ ਦੱਸਦੇ ਹਨ ਕਿ ਜਿੱਥੇ ਵੀ ਗੁਰੂ ਪਾਤਸ਼ਾਹ ਬਿਰਾਜਮਾਨ ਹੁੰਦੇ ਸਨ, ਸੰਗਤਾਂ ਹੁੰਦੀਆਂ ਸਨ, ਤੇ ਉਸਨੂੰ ਦਰਬਾਰ, ਗੁਰੂ ਦਰਬਾਰ, ਦਰਬਾਰ ਸਾਹਿਬ ਕਰਕੇ ਜਾਣਿਆ ਜਾਂਦਾ ਸੀ। ਇਸ ਤੇ ਜਦੋਂ ਅਸੀਂ ਪੁਰਾਤਨ ਕੁਝ ਸਰੋਤ ਵਿਦੇਸ਼ੀ ਲੋਕਾਂ ਦੇ ਲੈਂਦੇ ਹਨ ਤੇ ਉਹਨਾਂ ਦੇ ਮੁਤਾਬਕ ਦਰਬਾਰ ਸਾਹਿਬ ਦੀ ਜਦੋਂ ਟ੍ਰਾਂਸਲੇਸ਼ਨ ਕਰਦੇ ਹਨ ਤੇ ਉਹ ਕਹਿੰਦੇ ਹਨ ਕੋਰਟ ਆਫ ਸਿੱਖ ਗੁਰੂ, ਡਿਵਾਈਨ ਕੋਰਟ ਆਫ ਅਕਾਲ ਪੁਰਖ। ਪਰ ਸਮਾਂ ਬਦਲਣ ਦੇ ਨਾਲ ਇਹ ਨਾਂ ਆਸਤਾ ਕਰਕੇ ਦਰਬਾਰ ਸਾਹਿਬ ਤੋਂ ਬਦਲੀ ਹੋਣਾ ਸ਼ੁਰੂ ਹੋ ਗਏ। ਅੱਜ ਵੀ ਅਸੀਂ ਕਿਤੇ ਦਰਬਾਰ ਸਾਹਿਬ ਜਾਂਦੇ ਹਾਂ ਤੇ ਦੇਖਦੇ ਹਾਂ ਕਿ ਜਿਹੜੇ ਵੀ ਪੁਰਾਣੇ ਲੋਕ ਨੇ, ਰਿਕਸ਼ੇ ਵਾਲੇ ਨੇ, ਕੋਈ ਵੀ ਨੇ, ਉਹ ਆਵਾਜ਼ ਮਾਰਦੇ ਹਨ ਦਰਬਾਰ ਸਾਹਿਬ, ਦਰਬਾਰ ਸਾਹਿਬ। ਤੇ ਆਮ ਕਰਕੇ ਸਾਡੇ ਇਲਾਕੇ ਅੰਦਰ ਵੀ ਗੁਰਦੁਆਰਾ ਸਾਹਿਬ ਜਦੋਂ ਕੋਈ ਜਾਂਦਾ ਹੈ, ਦਰਬਾਰ ਹਾਲ, ਦਰਬਾਰ ਸਾਹਿਬ ਕਰਕੇ ਜਿਹੜਾ ਹੈ ਉਹ ਜਿੱਥੇ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਇਸ ਤਰ੍ਹਾਂ ਕਰਕੇ ਜਿਹੜਾ ਸੰਬੋਧਨ ਕਰਦੇ ਨਾਂ ਦਿੱਤਾ ਜਾਂਦਾ। ਹੁਣ ਜਦੋਂ ਅਸੀਂ ਇਹ ਨਾਂ ਜਿਹੜੇ ਲੋਕ ਹੈ ਪੁਰਾਤਨ ਆ ਕਾਫੀ ਸਮਾਂ ਦਰਸਾ ਕਰੀ ਇਸ ਪਵਿੱਤਰ ਸਥਾਨ ਨੂੰ ਜਿਹੜਾ ਸੰਬੋਧਨ ਕੀਤਾ ਜਾਂਦਾ ਸੀ ਜਾਂ ਇਸ ਨਾਂ ਨਾਲ ਜਾਂਦਾ ਸੀ, ਪਰ ਵਿੱਚ ਇਸ ਤਰ੍ਹਾਂ ਲੱਭਦਾ ਹੈ ਕਿ ਸਮਾਂ ਆਉਣ ਤੇ ਕੁਝ ਖਾਸ ਕਰਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਤਾਂ ਉਸ ਵੇਲੇ ਉਹਨਾਂ ਨੇ ਜਦੋਂ 1808 ਦੇ ਰਾਜ ਸੀ, ਉਸ ਵੇਲੇ 1808 ਦੇ ਲਗਭਗ ਦੱਸਿਆ ਜਾਂਦਾ ਕਿ ਇਹਦੇ ਉੱਤੇ ਕਾਪਰ ਪਲੇਟਿੰਗ, ਤੇ ਫਿਰ 1830 ਦੇ ਲਗਭਗ ਉਹਨਾਂ ਨੇ ਜੋ ਇਹਦੇ ਉੱਤੇ ਸੋਨੇ ਦੇ ਪੱਤਰੇ ਚੜਵਾਏ, ਜਿਸ ਨੂੰ ਅਸੀਂ ਗੋਲਡ ਪਲੇਟਿੰਗ ਕਹਿੰਦੇ ਹਾਂ। ਉਸ ਨਾਂ ਤੋਂ ਬਾਅਦ ਕਿਉਂਕਿ ਬਾਅਦ ਵਿੱਚ ਅੰਗਰੇਜ਼ ਲੋਕੀ ਜੋ ਸਨ ਉਹ ਵੀ ਪੰਜਾਬ ਦੇ ਵਿੱਚ ਕਾਬਜ਼ ਹੋ ਗਏ ਤੇ ਇਸ ਇਤਿਹਾਸਕ ਸਥਾਨ ਨੂੰ ਗੋਲਡਨ ਟੈਂਪਲ ਦਾ ਨਾਂ
ਉਸ ਵੇਲੇ ਦਿੱਤਾ ਗਿਆ। ਉਸ ਤੋਂ ਬਾਅਦ ਇਸ ਨੂੰ ਗੋਲਡਨ ਟੈਂਪਲ ਜਾਂ ਸਵਰਨ ਮੰਦਿਰ ਕਿਹਾ ਜਾਣ ਲੱਗਾ। ਤੇ ਜਿਹੜਾ ਹਰਮੰਦਰ ਨਾਂ ਹੈ ਇਹ ਵੀ ਇਸੇ ਤਰੀਕੇ ਦੇ ਨਾਲ ਇੱਕ ਕੁਝ ਲੋਕੀ ਜਿਹੜੇ ਵਿਦੇਸ਼ਾਂ ਤੋਂ ਆਏ, ਬਾਹਰੋਂ ਲੋਕੀ ਆਏ, ਆਮ ਕਰਕੇ ਅਸੀਂ ਵਿਦੇਸ਼ਾਂ ਵਿੱਚ ਵੀ ਗੁਰਦੁਆਰੇ ਸਾਹਿਬ ਬਣ ਜੋ ਨੇ ਉਹਨਾਂ ਨੂੰ ਉੱਥੇ ਸਿੱਖ ਟੈਂਪਲ ਦੇ ਤੌਰ ਦੇ ਉੱਤੇ ਦੇਖਦੇ ਹਾਂ ਲਿਖਿਆ ਲੱਭਦਾ ਹੈ। ਤੇ ਉਹਨਾਂ ਲੋਕਾਂ ਨੇ ਕਿਉਂਕਿ ਇੱਥੇ ਦੀ ਜੋ ਸੰਸਕ੍ਰਿਤੀ ਸੀ ਉਹ ਧਾਰਮਿਕ ਸਥਾਨਾਂ ਨੂੰ ਜ਼ਿਆਦਾ ਨੂੰ ਮੁਸਲਮਾਨਾਂ ਨੂੰ ਛੱਡ ਕੇ ਟੈਂਪਲ ਹੀ ਕਿਹਾ ਜਾਂਦਾ ਸੀ, ਤੇ ਇਸ ਕਰਕੇ ਇਹ ਨਾਮ ਵੀ ਜਿਹੜਾ ਸੀ ਪ੍ਰਚਲਿਤ ਹੋ ਗਿਆ ਜਾਂ ਦੇ ਦਿੱਤਾ ਗਿਆ ਹਰਮੰਦਰ। ਪਰ ਅਸਲ ਵਿੱਚ ਜੋ ਸਾਡਾ ਇਤਿਹਾਸਕ ਸਰੋਤ ਨੇ ਜਾਂ ਜੋ ਸਾਡਾ ਬਣਦਾ ਹੈ ਉਹ ਨਾਮ ਦਰਬਾਰ ਸਾਹਿਬ ਹੀ ਹੈ। ਜਿਵੇਂ ਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਅੱਜ ਵੀ ਤੁਸੀਂ ਜਿੱਥੇ ਵੀ ਦੇਖੋਗੇ ਕੋਈ ਵੀ ਬਜ਼ੁਰਗ ਲੋਕੀ ਨੇ ਉਹ ਸਾਰੇ ਦੇ ਸਾਰੇ ਜੋ ਹਨ ਦਰਬਾਰ ਸਾਹਿਬ ਕਰਕੇ ਹੀ ਇਸ ਨੂੰ ਜਾਣਦੇ ਨੇ। ਪੁਰਾਤਨ ਜੇ ਕਿਤੇ ਤੁਸੀਂ ਤਸਵੀਰਾਂ ਦਰਬਾਰ ਸਾਹਿਬ ਦੀਆਂ ਦੇਖੋਗੇ ਉਹਦੇ ਵਿੱਚ ਵੀ ਦਰਬਾਰ ਸਾਹਿਬ ਹੀ ਲਿਖਿਆ ਲੱਭਦਾ ਹੈ। ਉਸ ਤੋਂ ਬਾਅਦ ਜੇ ਕਿਤੇ ਤੁਸੀਂ ਰਿਕਾਰਡਿੰਗ ਦੇਖੋਗੇ ਪੁਰਾਣੀ ਕੋਈ 1809 1808 ਦੇ ਲਗਭਗ ਦੀ, ਉਹਦੇ ਵਿੱਚ ਵੀ ਰਿਕਾਰਡਿੰਗ ਦੇ ਵਿੱਚ ਦਰਬਾਰ ਸਾਹਿਬ ਹੀ ਦੱਸਿਆ ਜਾਂਦਾ ਹੈ। ਤੇ ਫਿਰ ਅੱਜ ਜੋ ਮੈਂ ਬੇਨਤੀ ਕੀਤੀ ਪਹਿਲਾਂ ਕਿ ਜਦੋਂ ਵੀ ਅਸੀਂ ਸ੍ਰੀ ਅੰਮ੍ਰਿਤਸਰ ਪਹੁੰਚਦੇ ਹਾਂ ਉਸ ਸ਼ਹਿਰ ਦੇ ਅੰਦਰ, ਤਾਂ ਉਸ ਇਲਾਕੇ ਦੇ ਅੰਦਰ ਜਿੱਥੋਂ ਵੀ ਤੁਸੀਂ ਕਿਤੇ ਗੱਡੀ 'ਚ ਬੈਠੋਗੇ, ਰਿਕਸ਼ੇ ਵਾਲੇ ਨੂੰ ਦੇਖੋਗੇ, ਉਹਨਾਂ ਦੀ ਇੱਕੋ ਆਵਾਜ਼ ਹੁੰਦੀ ਹੈ ਦਰਬਾਰ ਸਾਹਿਬ। ਇਸ ਕਰਕੇ ਮੇਰੀ ਬੇਨਤੀ ਰਹੇਗੀ ਕਿ ਦਰਬਾਰ ਸਾਹਿਬ ਸਾਡੀ ਜੋ ਆਇਡੈਂਟੀਟੀ ਉਸ ਦਾ ਪ੍ਰਤੀਕ ਹੈ। ਨਹੀਂ ਤੇ ਆਮ ਕਰਕੇ ਲੋਕੀ ਇਸ ਨੂੰ ਦੂਜੇ ਅੱਖਰਾਂ ਦੇ ਕਾਰਨ ਸਵਰਨ ਮੰਦਰ, ਗੋਲਡਨ ਟੈਂਪਲ ਜਾਂ ਭੁਲੇਖਾ ਪਾ ਕੇ ਸਾਡੀ ਕੋਸ਼ਿਸ਼ ਕਰਨਾ ਇਹ ਸਾਨੂੰ ਆਪ ਵੀ ਮਤਲਬ ਜੋਰ ਦੇ ਸਾਡੀ ਪੁਰਾਣੀ ਰਵਾਇਤ ਹੀ ਇਹੋ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਨੇ ਪੂਰੇ ਵਿਸਿਆ, ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ। ਤੋ ਉਂਝ ਵੀ ਮੈਂ ਬੇਨਤੀ ਕਰਦੇ ਹਾਂ ਕਿ ਸਾਡਿਆਂ ਘਰਾਂ 'ਚ ਵੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੂੰ ਇਹੀ ਕਹਿੰਦੇ ਨੇ ਕਿ ਦਰਬਾਰ ਸਾਹਿਬ ਦਾ ਪ੍ਰਕਾਸ਼, ਵੀ ਦਰਬਾਰ ਸਾਹਿਬ ਸਜਾਓ। ਤੋ ਦਰਬਾਰ ਸਾਹਿਬ ਹੀ ਨਾਮ ਹੈ। ਤੋ ਵੈਸੇ ਜੇ ਮੈਂ ਗਲਤ ਨਹੀਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿੱਥੇ ਕਿਤੇ ਲਿਖਦੇ ਨੇ ਦਰਬਾਰ ਸਾਹਿਬ ਲਿਖਦੇ ਨੇ, ਉਹ ਹਰਿਮੰਦਰ ਸਾਹਿਬ ਨਹੀਂ ਲਿਖਦੇ, ਦਰਬਾਰ ਸਾਹਿਬ ਲਿਖਿਆ ਹੋਇਆ। ਬਿਲਕੁਲ ਉਹਨਾਂ ਦੇ ਬਿਲਕੁਲ ਵੀਰ ਜੀ, ਉਹਨਾਂ ਦੇ ਲੈਟਰ ਪੈਡ ਦੇ ਉੱਤੇ ਵੀ ਮੁੱਖ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ਼ਹਿਰ ਦਾ ਨਾਮ ਕਰਕੇ ਲਿਖਿਆ ਜਾਂਦਾ। ਸੋ ਜੇ ਸਾਡੀ ਜਿਹੜੀ ਮੁੱਖ ਸਾਡੀ ਸੰਸਥਾ ਹੈ SGPC, ਉਹ ਵੀ ਦਰਬਾਰ ਸਾਹਿਬ ਹੀ ਲਿਖ ਰਹੀ ਹੈ, ਤੇ ਇਹ ਦਰਬਾਰ ਸਾਹਿਬ ਹੀ ਹੈ। ਅਸਲ 'ਚ ਜਿਹੜਾ ਦੂਜੇ ਨਾਂ ਨੇ ਅਸੀਂ ਇਹ ਸਾਡੀ ਅਸੀਂ ਅਵੇਅਰ ਨਹੀਂ ਹਾਂ। ਅਸੀਂ ਹਰ ਚੀਜ਼ ਨੂੰ ਨਾ ਕੈਜੂਅਲ ਲੈ ਲੈਂਦੇ ਵੀ ਚਲੋ ਕੋਈ ਨਹੀਂ ਜੋ ਮਰਜ਼ੀ ਕਹਿ ਦਿੱਤਾ। ਪਰ ਜਿਵੇਂ ਵੀਰ ਮਨਮੋਹਨ ਸਿੰਘ ਨੇ ਕਿਹਾ, ਸਾਨੂੰ ਇਸ ਬਾਰੇ ਪੂਰਾ ਜਾਗਰੂਕ ਹੋਣਾ ਚਾਹੀਦਾ ਤੇ ਹਰ ਚੀਜ਼ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ। ਤੋ ਵੈਸੇ ਜਿਹੜਾ ਜਿੱਥੋਂ ਤੱਕ ਗੋਲਡਨ ਟੈਂਪਲ ਦੀ ਗੱਲ ਚੱਲੀ ਹੈ, ਬਹੁਤਾ ਇਸ ਵੇਲੇ ਇੱਥੇ ਵੈਸਟਰਨ ਕੰਟਰੀਜ਼ ਦੇ ਵਿੱਚ ਤਾਂ ਗੋਲਡਨ ਟੈਂਪਲ ਹੀ ਕਿਹਾ ਜਾਂਦਾ, ਨਾ ਕੋਈ ਦਰਬਾਰ ਸਾਹਿਬ ਕਹਿੰਦਾ ਨਾ ਹਰਿਮੰਦਰ ਸਾਹਿਬ ਕਹਿੰਦਾ। ਸਾਡੀਆਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਨੇ, ਜਿਹਨੂੰ ਮਰਜ਼ੀ ਪੁੱਛ ਲਓ ਕਹਿਣਗੇ ਗੋਲਡਨ ਟੈਂਪਲ। ਉਹਦਾ ਮਤਲਬ ਇੱਕ ਤੇ ਜ਼ਬਾਨ ਤੇ ਸੌਖਾ ਚੜ ਗਿਆ ਗੋਲਡਨ ਟੈਂਪਲ, ਤੇ ਜਦ ਕਿ ਗੋਲਡਨ ਟੈਂਪਲ ਦਾ ਅਰਥ ਕੋਈ ਸੋਨੇ ਦਾ ਮੰਦਿਰ ਕੀ ਖਾਸ ਗੱਲ ਨਿਕਲਦੀ ਨਹੀਂ, ਕੋਈ ਇਤਿਹਾਸਕ ਸਰੋਤ ਨਹੀਂ ਹੈ। ਹਾਂ ਇਹ ਠੀਕ ਹੈ ਕਿ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਹੈ, ਮਹਾਰਾਜਾ ਰਣਜੀਤ ਸਿੰਘ ਨੇ ਜਿਸ ਸੋਨੇ ਦੀ ਸੇਵਾ ਕਰਾਈ ਹੈ, ਠੀਕ ਹੈ, ਉਹਨੇ ਸ਼ਰਧਾ ਵਾਸਤੇ ਆ ਕੇ ਕੀਤੀ ਹੈ ਤੇ ਉਹਦੇ 'ਚ ਕੋਈ ਐਸੀ ਗੱਲ ਨਹੀਂ ਹੈ। ਪਰ ਅੱਜ ਇਸ ਗੱਲ ਦੀ ਹੋੜ ਲੱਗ ਪਈ ਹੈ ਕਿ ਗੁਰਦੁਆਰੇ ਸੋਨਾ ਲਗਾਇਆ ਗਿਆ, ਜਿਹੜਾ ਕਿ ਬਿਲਕੁਲ ਕਿਸੇ ਕਿਸਮ ਨਾਲ ਵੀ ਕੋਈ ਬਹੁਤਾ ਹੈਲਦੀ ਸਟੈਪ ਨਹੀਂ ਹੈ। ਹੁਣ ਪਿਛਲੇ ਕਈ ਸਾਲਾਂ ਤੋਂ ਇਹ ਦਿੱਲੀ ਗੁਰਦੁਆਰਾ ਬੰਗਲਾ ਸਾਹਿਬ ਲਈ ਵੀ ਸੋਨੇ ਦੀਆਂ ਪੀਲਾਂ ਨੇ, ਉਹ ਸੋਨੇ ਬਾਰੇ ਕੀਤਾ ਜਾ ਰਿਹਾ। ਇੰਨੀ ਮਾਇਆ ਜਿਹੜੀ ਹੈ ਸੋਨੇ ਦੀ ਜਿਹੜੀ ਗੁਰਦੁਆਰੇ ਸਾਹਿਬ ਤੇ ਲਾਈ ਜਾ ਰਹੀ ਹੈ। ਦੇਖੋ ਮੈਂ ਕਿਸੇ ਗੱਲ ਕਰਕੇ ਵਿਰੋਧ ਨਹੀਂ ਕਰਦਾ, ਲੋਕਾਂ ਦੀ ਆਸਥਾ ਹੈ, ਪਰ ਤੁਸੀਂ ਦੇਖੋ ਜੇ ਇਹ ਸਾਰੀ ਅਮਾਊਂਟ ਕੌਮ ਦੇ ਕਿਸੇ ਐਸੇ ਫਿਊਚਰ ਪ੍ਰੋਜੈਕਟ ਲਈ ਲਾਇਆ ਜਾਏ ਜਿਹਦੇ ਨਾਲ ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਹੈ, ਅੱਜ ਅਨਐਮਪਲੋਇਮੈਂਟ ਬਹੁਤ ਹੈ, ਆਪਣੇ ਬੱਚਿਆਂ ਨੂੰ ਉਹਨਾਂ ਦੇ ਕੋਈ ਇਹੋ ਜਿਹੇ ਕਾਲਜ ਖੋਲ੍ਹੇ ਜਾਣ, ਕਿੱਤਾ ਮੁਖੀ ਕਾਲਜ, ਫਿਰ ਉਹਨਾਂ ਤੇ ਬੇਸਡ ਇੰਡਸਟਰੀਜ਼ ਖੋਲ੍ਹੀਆਂ ਜਾਣ, ਇਹ ਸੋਨੇ ਵਾਲੇ ਅਰਬਾਂ ਰੁਪਏ ਜਿਹੜੇ ਉੱਥੇ ਲਾਏ ਜਾਣ, ਤਾਂ ਸਾਡੀ ਕਿੰਨੇ ਹੀ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨ ਜਿਹੜੇ ਅੱਜ ਕੱਲ੍ਹ ਯੂਥ ਸਾਡੇ ਵਿਹਲੇ ਫਿਰਦੇ ਨੇ, ਉਹ ਚੰਗਾ ਰੁਜ਼ਗਾਰ ਕਰਨ, ਜਿਹਦੇ ਨਾਲ ਕੌਮ ਦਾ ਵੀ ਭਲਾ ਹੈ, ਦੇਸ਼ ਦਾ ਵੀ ਭਲਾ ਹੈ, ਉਹਨਾਂ ਦਾ ਆਪਣਾ ਵੀ ਭਲਾ ਹੈ। ਤੋ ਇਹ ਜਿਹੜੀ ਸੋਨੇ ਵਾਲੀ ਹੋੜ ਹੈ ਇਹ ਸਾਡੀ ਸਾਈਕੀ 'ਚ ਆ ਗਈ ਹੈ। ਮੈਂ ਬੇਨਤੀ ਕਰਦਾ, ਤੁਸੀਂ ਨੋਟ ਕੀਤਾ ਹੋਣਾ ਕਿ ਬਹੁਤ ਸਾਰੇ ਗੁਰਦੁਆਰੇ ਜਿਹੜੇ ਸੋਨਾ ਤੇ ਨਹੀਂ ਚਲੋ ਲੱਗਿਆ, ਉਹਨਾਂ ਨੇ ਆਪਣੇ ਗੁਰਦਾਂ ਤੇ ਸੋਨੇ ਦੀ ਜਿਹੜਾ
ਪਾਣੀ ਚੜਾ ਮਤਲਬ ਖਿਮਾ ਕਰਨਾ ਇਹ ਉਹਦਾ ਜਿਹੜਾ ਕਲਰ ਹੈ ਜਿਹੜੀ ਉਹਨੂੰ ਕੀ ਕਹਿੰਦੇ ਪੇਂਟਿੰਗ ਹੈ ਉਹ ਪੇਂਟ ਜਿਹੜਾ ਉਹ 골ਡਨ ਪੇਂਟ ਕੀਤਾ ਦੂਰੋਂ ਲੱਗਦਾ ਵੀ ਜਿਵੇਂ ਸੋਨਾ ਵੀ ਆਇਆ ਕੋਈ ਸੋਨਾ ਵੀਕਨੈਸ ਹੈ ਜਾਂ ਇਹਦਾ ਕੋਈ ਸਾਡੀ ਸਪਿਰਿਚੁਅਲਿਟੀ ਨਾਲ ਤਾਲੁਕ ਹੈ ਸੋਨੇ ਦਾ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਉੱਥੇ ਤਾਂ ਲਿਖਿਆ ਕੰਚਨ ਸਿਓ ਪਾਈ ਹੈ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ। ਵਾਹਿਗੁਰੂ ਨਾਲ ਮਿਲਣਾ ਤੇ ਮਨ ਅਰਪਣ ਕਰੀਏ, ਸੋਨੇ ਦਾ ਤਾਂ ਕੋਈ ਮਤਲਬ ਨਹੀਂ। ਇਹ ਸੋਨੇ ਦੀ ਹੋੜ ਕਿਉਂ ਲੱਗੀ ਹੈ ਇਹ ਸਮਝ ਤੋਂ ਬਾਹਰ ਹੀ ਹੈ। ਤੋ ਇਸ ਬਾਰੇ ਸਾਰੀ ਸੰਗਤ ਇਸ ਵੇਲੇ ਹਾਜ਼ਰ ਹੈ, ਇਸ ਬਾਰੇ ਆਪੋ ਆਪਣਾ ਉਹ ਧਿਆਨ ਵੀ ਦੇਣ, ਵਿਚਾਰ ਵੀ ਦੇਣ, ਕਿਉਂਕਿ ਇਹ ਮਸਲਾ ਜਿਹੜਾ ਕੌਮੀ ਮਸਲਾ ਹੈ। ਤੋ ਮੇਰੇ ਹਿਸਾਬ ਦੇ ਨਾਲ ਸੋਨੇ ਦੀ ਦੌੜ ਜਿਹੜੀ ਹੈ ਸਾਨੂੰ ਆਪਣੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਗੁਰਦੁਆਰੇ ਸਾਹਿਬਾਨ ਨੂੰ ਇਹ ਦੱਸਣਾ ਚਾਹੀਦਾ ਕਿ ਆਮ ਗੁਰਦੁਆਰਿਆਂ 'ਚ ਸ਼ੁਰੂ ਹੋ ਗਿਆ ਵੀ ਗੁੰਬਦ ਜਿਹੜਾ ਉਹਨੂੰ ਦੂਰੋਂ ਲੱਗੇ ਵੀ ਸੋਨੇ ਵਰਗਾ ਚਮਕਦਾ, ਵੀ ਲੋਕਾਂ ਨੇ ਸੋਨੇ ਕੋਲ ਆਉਣਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਕੋਲ ਆਉਣਾ, ਤੇ ਆਪਾਂ ਤੇ ਗੁਰੂ ਗ੍ਰੰਥ ਸਾਹਿਬ ਕੋਲ ਜਾਣਾ। ਇਸ ਕਰਕੇ ਸੋਨੇ ਦਾ ਇਹ ਟੈਂਪਟੇਸ਼ਨ, ਲਾਲਚ, ਗਲਿਟਰਿੰਗ ਜਿਹੜੀ ਹੈ ਉਹ ਨਹੀਂ। ਗੁਰੂ ਘਰ ਵਿੱਚ ਸਾਦਗੀ ਪ੍ਰਵਾਨ ਹੈ। ਤੋ ਆਲਰੇਡੀ ਸਾਡਾ ਪਹਿਲੇ ਟ੍ਰੈਂਡ ਸੀ ਕਿ ਬਿਲਡਿੰਗਾਂ ਤੇ ਅਰਬਾਂ ਰੁਪਏ ਲਗਾ ਦਿਓ, ਹੁਣ ਉੱਤੋਂ ਸੋਨੇ ਦਾ ਟ੍ਰੈਂਡ ਵੀ ਆ ਗਿਆ। ਜਦ ਕਿ ਗੁਰਦੁਆਰਾ ਸਾਹਿਬ ਦੀ ਬਿਲਡਿੰਗਾਂ ਤੇ ਵੀ ਅਰਬਾਂ ਰੁਪਏ ਲਾਉਣ ਦੀ ਨਹੀਂ ਲੋੜ ਤੇ ਹੈ ਵਧੀਆ ਪ੍ਰਚਾਰਕ, ਵਧੀਆ ਪ੍ਰਚਾਰ ਦੇ ਢੰਗ ਔਰ ਸੰਗਤ ਦੀ ਇਸ ਭੇਟਾ ਦੇ ਨਾਲ ਆਪਣੀ ਕੌਮ ਦੀ ਚੰਗੀ ਉਸਾਰੀ ਲਈ, ਜਿਹਦੇ ਨਾਲ ਕੋਈ ਵੀ ਅਨਇੰਪਲੋਇਡ ਨਾ ਰਹੇ, ਕੋਈ ਐਜੂਕੇਟਡ ਨਾ ਰਹੇ, ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਿਓ, ਤਾਂ ਉਹਦੇ ਪਾਸੇ ਸਿੱਖ ਕੌਮ ਦਾ ਪੈਸਾ ਜਿਹੜਾ ਉਹ ਲੱਗੇ। ਗੁਰੂ ਮਹਾਰਾਜ ਨੇ ਵੀ ਕਿਹਾ ਗਰੀਬ ਕਾ ਮੂੰਹ ਗੁਰੂ ਕੀ ਗੁਲ, ਆਪਾਂ ਨੂੰ ਉਸ ਪਾਸੇ ਪੈਸੇ ਵਰਤਣੇ ਚਾਹੀਦੇ ਨੇ, ਨਾ ਕਿ ਸੋਨਿਆਂ ਦੇ ਮੰਦਰ ਉਸਾਰਨ। ਤੋ ਮੈਂ ਫਿਰ ਇੱਕ ਵਾਰੀ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ ਕਿ ਇਹ ਬੜਾ ਅਹਿਮ ਮਸਲਾ ਹੈ ਤੇ ਸਭ ਨੂੰ ਬੇਨਤੀ ਹੈ ਕਿ ਆਪੋ ਆਪਣੇ ਵਿਚਾਰ ਜਿਹੜੇ ਨੇ ਉਹ ਜ਼ਰੂਰ ਇਸ ਪਾਸੇ ਦੇਣਾ, ਤੇ ਆਪਾਂ ਫਿਰ ਵੀ ਅਗਲੇ ਸੈਸ਼ਨ ਵਿੱਚ ਕਿਤੇ ਇਹਨੂੰ ਫਿਰ ਡਿਸਕਸ ਕਰਾਂਗੇ ਜੀ। ਤੋ ਆਓ ਸਾਧ ਸੰਗਤ ਜੀ ਹੁਣ ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ। ਅਗਲਾ ਸਵਾਲ ਜਿਹੜਾ ਹੈ ਉਹ ਸਰਦਾਰ ਕਿੱਕਰ ਸਿੰਘ ਜੀ ਬਠਿੰਡਾ ਤੋਂ ਸਾਡੇ ਬੜੇ ਪੁਰਾਣੇ ਐਸੋਸੀਏਟ ਨੇ, ਉਹਨਾਂ ਨੇ ਭੇਜਿਆ ਬਈ ਖੁੱਲੇ ਊੜੇ ਨੂੰ ਬਿੰਦੀ ਲੱਗ ਸਕਦੀ ਹੈ ਕਿ ਨਹੀਂ ਲੱਗ ਸਕਦੀ। ਮੈਂ ਜਿਸ ਤੋਂ ਪਹਿਲੇ ਬੇਨਤੀ ਕੀਤੀ ਹੈ ਕਿ ਬਹੁਤ ਸਾਰੇ ਡਾਊਟ ਜਿਹੜੇ ਨੇ ਉਹ ਚੱਲ ਰਹੇ ਨੇ, ਔਰ ਇੱਕ ਹੋਰ ਤਰਾਸਦੀ ਇਹ ਹੈ ਕਿ ਸਾਨੂੰ ਜਿਹੜੀਆਂ ਕਿਤਾਬਾਂ ਜਾਂ ਲਿਖਤਾਂ ਮਿਲਦੀਆਂ ਨੇ ਉਹ ਵੀ ਬਹੁਤੀਆਂ ਅਥੈਂਟਿਕ ਨਹੀਂ, ਵੀ ਕਿਸੇ 'ਚ ਕੁਛ ਲਿਖਿਆ ਕਿਸੇ 'ਚ ਕੁਛ ਲਿਖਿਆ ਉਚਾਰਨ ਪ੍ਰਤੀ। ਤੋ ਇਸ ਕਰਕੇ ਸਾਨੂੰ ਆਪਣੀ ਇੱਕ ਵਿਚਾਰਧਾਰਾ ਜਿਹੜੀ ਹੈ ਉਹ ਸਹੀ, ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਮਿਲਦੀ ਹੋਵੇ, ਉਹ ਵਿਚਾਰ ਆਪਣਾ ਬਣਾਉਣੀ ਚਾਹੀਦੀ ਹੈ। ਤੋ ਉਸੇ ਕੜੀ ਵਿੱਚ ਇਹ ਸਾਨੂੰ ਇੱਕ ਅਗਲਾ ਸਵਾਲ ਆ ਗਿਆ ਕਿ ਜਿਸ ਵੇਲੇ ਖੁੱਲ੍ਹਾ ਊੜਾ ਹੁੰਦਾ ਹੈ, ਗਿਆਨੀ ਅੰਮ੍ਰਿਤਪਾਲ ਸਿੰਘ ਜੀ ਯੂਕੇ ਵਾਲਿਆਂ ਨੇ ਊੜਾ ਐੜਾ ਈੜੀ ਦੀਆਂ ਜਿਹੜੀਆਂ ਲਗਾ ਮਾਤਰਾ ਨੇ ਉਹਨਾਂ ਬਾਰੇ ਵੀ ਅੱਗੇ ਸਾਡੇ ਨਾਲ ਗੱਲ ਕੀਤੀ ਹੈ। ਤੋ ਇਹ ਉਹਦੇ ਨਾਲ ਮਿਲਦਾ ਜੁਲਦਾ ਸਵਾਲ ਆ ਗਿਆ ਵੀ ਜਿੱਥੇ ਖੁੱਲ੍ਹਾ ਊੜਾ ਹੋਵੇ ਉਹਨੂੰ ਬਿੰਦੀ ਲੱਗ ਸਕਦੀ ਹੈ ਕਿ ਨਹੀਂ ਲੱਗ ਸਕਦੀ। ਤੋ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ, ਉਹਨਾਂ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਇਹ ਤੇ ਕਲੈਰੀਫਿਕੇਸ਼ਨ ਦਿਓ ਜੀ। 900 ਕੁਛ ਪੰਨੇ ਦੇ ਉੱਤੇ ਮੈਂ ਤੁਹਾਨੂੰ ਲਿਖ ਕੇ ਭੇਜਿਆ ਸੀ, ਤੁਸੀਂ ਉਹੀ ਸੁਣਾ ਦਿਓ, ਕਿਉਂਕਿ ਕੱਲ ਮੈਂ ਚੰਗੀ ਤਰ੍ਹਾਂ ਇਹ ਸਵਾਲ ਸੁਣ ਨਹੀਂ ਸੀ ਸਕਿਆ, ਤੇ ਉਹ ਜਿਹੜਾ ਕੁਝ ਮੈਂ ਲਿਖ ਕੇ ਭੇਜਿਆ ਹੋਇਆ ਉਹ ਤੁਸੀਂ ਕਰਮ ਪੜ੍ਹ ਕੇ ਸੰਗਤਾਂ ਨੂੰ ਦੱਸ ਦਿਓ। ਗੁਰਬਾਣੀ ਦੀ ਤੋਕ ਹੈ। ਠੀਕ ਹੈ ਜੀ, ਮੈਂ ਦੇਖਦਾ ਜੀ ਲੱਭ ਪਵੇ ਤੇ ਮੈਂ ਵੀ ਬਤਰਿਆ ਹੋ ਗਿਆ, ਚੀਜ਼ਾਂ ਲੱਭਦੀਆਂ ਨਹੀਂ ਜ਼ਰੂਰੀ। ਤੁਸੀਂ ਲਿਖਿਆ ਠੀਕ ਹੈ ਜੀ। ਹਾਂ 986 ਬੰਦ। ਹਾਂਜੀ ਹਾਂਜੀ। ਤੇ ਉਹਦੇ ਬਾਰੇ ਤੁਸੀਂ ਸੰਗਤਾਂ ਨੂੰ ਇੱਕ ਵਾਰ ਦੱਸ ਦਿਓ ਵੀ ਇਹਨੇ ਪੰਨੇ ਦੇ ਉੱਤੇ ਹੈ। ਤੁਹਾਡੀ ਆਵਾਜ਼ ਆ ਰਹੀ ਹੈ, ਤੁਸੀਂ ਦੱਸੋ ਗਿਆਨੀ, ਤੁਹਾਡੀ ਆਵਾਜ਼ ਆ ਰਹੀ, ਤੁਸੀਂ ਦੱਸੋ। ਹਾਂਜੀ, ਉਹਦੇ ਬਾਰੇ ਬੇਨਤੀ ਹੈ ਜੀ ਵੀ ਜਿਹੜਾ ਦੋ ਮਾਤਰਾ, ਇੱਕ ਤਾਂ ਉੱਤੇ ਬਿੰਦੀ ਲੱਗੀ ਹੋਈ ਹੈ, ਇੱਕ ਊੜੇ ਨੂੰ ਔਂਕੜ ਲੱਗਿਆ ਹੋਇਆ ਹੈ। ਨਹੀਂ ਹੁਣ ਗਿਆਨੀ ਜੀ ਸਵਾਲ ਹੈਗਾ ਖੁੱਲੇ, ਜਿਹੜਾ ਊੜਾ ਘੋੜੇ ਵਾਲਾ ਖੁੱਲਾ ਊੜਾ ਹੁੰਦਾ, ਊੜਾ ਉਹ ਖੁੱਲੇ ਮੂੰਹ ਵਾਲਾ ਹੀ ਹੈ। ਹਾਂਜੀ, ਉੱਥੇ ਵੀ ਖੁੱਲੇ ਮੂੰਹ ਵਾਲੇ ਘੋੜੇ ਨੂੰ ਹੀ ਲੱਗਿਆ ਹੋਇਆ ਬਿੰਦੀ। ਠੀਕ ਹੈ। ਤੇ ਔਂਕੜ ਵੀ ਲੱਗਿਆ ਹੋਇਆ। ਅੱਛਾ ਅੱਛਾ, ਠੀਕ ਹੈ ਜੀ। ਕਿਉਂਕਿ ਅਸਲ ਉਚਾਰਨ ਜਿਹੜਾ ਹੈ ਉਹ ਖੁੱਲੇ ਮੂੰਹ ਦੇ ਨਾਲ ਬਿੰਦੀ ਦਾ ਉਚਾਰਨ ਹੈ। ਅਸਲ ਉਚਾਰਨ ਓ ਸ਼ਬਦ ਹੈ। ਅੱਛਾ ਜੀ। ਤੇ ਜਿਹੜਾ ਔਂਕੜ ਲੱਗਿਆ ਹੋਇਆ ਹੈ ਉਹ ਸ਼ਬਦ ਦੀ ਚਾਲ, ਕਵਿਤਾ ਦੀ ਚਾਲ ਪੂਰੀ ਰੱਖਣ ਵਾਸਤੇ ਲੱਗਿਆ ਹੋਇਆ ਹੈ। ਇਸ ਕਰਕੇ ਉੱਥੇ ਉਚਾਰਨ ਜਿਹੜਾ ਹੈ ਉਹ ਔਂਕੜ ਵਾਲਾ ਹੋਣਾ, ਉੰਨਵ ਹੋ ਜਾਣਾ। ਉਚਾਰਨ ਉੰਨਵ ਹੋਏਗਾ। ਤੇ ਅਸਲੋਂ ਉਹਦਾ ਅਸਲ ਸਰੂਪ ਜਿਹੜਾ ਹੈ ਊੜੇ ਨੂੰ ਬਿੰਦੀ, ਖੁੱਲੇ ਮੂੰਹ ਵਾਲੇ ਨੂੰ ਬਿੰਦੀ ਹੈ।
ਉਹਦਾ ਓ ਸ਼ਬਦ ਹੈ। ਮਤਲਬ ਨਾਸਕੀ ਉਚਾਰਨ ਹੈ। ਹਾਂਜੀ, ਨਾਸਕੀ ਉਚਾਰਨ ਹੈ। ਅੱਛਾ ਜੀ। ਬਿੰਦੀ ਜਿਹੜਾ ਜਿਹੜੀ ਅੰਕੜ ਪੰਕਤੀ ਹੈ, ਦੁਬਾਰਾ ਬੋਲ ਦਿਓ ਜੀ। ਹਾਂਜੀ ਪੰਕਤੀ ਦੁਬਾਰਾ ਬੋਲ ਦਿਓ। ਗੁਰਬਾਣੀ ਦੀ ਪੰਕਤੀ ਦੁਬਾਰਾ ਬੋਲ ਦਿਓ, ਪੇਜ ਵੀ ਬੋਲ ਦਿਓ। ਪੇਜ ਹੈ ਜੀ 986 ਤੇ ਚਰਨਜੀਤ ਸਿੰਘ ਜੀ ਕੱਢ ਸਕਦੇ ਹੋ ਤਾਂ ਤੁਸੀਂ ਡਿਸਪਲੇ ਕਰ ਦਿਓ। 986 ਹੇਠਾਂ ਔਂਕੜ ਲੱਗਿਆ ਹੋਇਆ ਖੁੱਲੇ ਮੂੰਹ ਵਾਲੇ ਊੜੇ ਨੂੰ ਤੇ ਉੱਤੇ ਬਿੰਦੀ ਲੱਗੀ ਹੋਈ ਹੈ। ਤੇ ਅਸਲ ਰੂਪ ਜਿਹੜਾ ਹੈ ਉਹ ਬਿੰਦੀ ਵਾਲਾ ਹੈ। ਤੇ ਇੱਥੇ ਉਚਾਰਨ ਜਿਹੜਾ ਹੈ ਕਵਿਤਾ ਦਾ ਵਜਨ ਪੂਰਾ ਰੱਖਣ ਵਾਸਤੇ ਉਨਮੋਂ ਕੀਤਾ ਜਾਣਾ ਹੈ। ਅੱਛਾ, ਇੱਥੇ ਅੱਗੇ ਚਲੋ, ਸ਼ਾਇਦ ਅੱਗੇ ਹੋਵੇ 986। है 986 ਆਹੋ ਕਰੋ। ਇਹ 896 ਤੇ ਆ ਮੇਰਾ ਖਿਆਲ। ਅੱਛਾ, ਮੇਰੇ ਤੇ ਨਹੀਂ ਲੱਭਿਆ। 896 ਜਿਹੜਾ ਦੇਖੋ ਚੰਦੀਪ ਸਿੰਘ, ਜਾਂ 98 ਤੇ ਦੇਖ ਲਓ ਜਰਾ ਹਾਈਲਾਈਟ ਜੀ। ਹਾਂਜੀ, ਬਿਲਕੁਲ ਜਿਵੇਂ ਗਿਆਨੀ ਜੀ ਨੇ ਦੱਸਿਆ, ਊੜਾ ਖੁੱਲਾ ਨਾਲ ਬਿੰਦੀ ਹੈ ਔਰ ਥੱਲੇ ਅੰਕੜ ਵੀ। ਗਿਆਨੀ ਜੀ ਇਹ ਲੱਭ ਗਿਆ, ਤੁਸੀਂ ਵੀ ਦੇਖ ਰਹੇ ਹੋਣੇ। ਹਾਂਜੀ ਹਾਂਜੀ, ਮਿਲ ਗਿਆ। ਹਾਂਜੀ, ਤੇ ਇੱਥੇ ਕਵਿਤਾ ਦਾ ਵਜਨ ਪੂਰਾ ਰੱਖਣ ਵਾਸਤੇ ਇਹਦਾ ਉਚਾਰਨ ਉਨ ਨਮੋ ਹੋਣਾ। ਤੇ ਉਂਝ ਇਹਦਾ ਅਸਲੀ ਰੂਪ ਜਿਹੜਾ ਉਹ ਨਮੋ ਹੈ। ਅੱਛਾ ਅੱਛਾ, ਤੇ ਇਹਦਾ ਮਤਲਬ ਔਂਕੜ ਵੀ ਨਾਲ ਉਚਾਰੀ ਜਾਣੀ ਹੈ। ਇੱਥੇ ਔਂਕੜ ਉਚਾਰੀ ਜਾਣੀ ਹੈ। ਸਾਧ ਸੰਗਤ ਜੀ, ਕਿਉਂਕਿ ਗੁਰਬਾਣੀ ਸਾਰੀ ਜਿਹੜੀ ਹੈ ਉਹ ਰਾਗਾਂ 'ਚ ਹੈ, ਤੇ ਰਿਦਮ ਦਾ ਬੈਲੈਂਸ ਪੂਰਾ ਕਰਨ ਲਈ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਇੱਕ ਇੱਕ ਅੱਖਰ ਨੂੰ, ਕਈ ਵਾਰ ਕਈਆਂ ਅੱਖਰਾਂ ਨੂੰ ਦੋ ਦੋ ਵੀ ਮਾਤਰਾ ਲੱਗੀਆਂ ਨੇ। ਜਿਵੇਂ ਗੋਪਾਲ ਤੇ ਹੋੜਾ ਵੀ ਹੈ ਤੇ ਅੰਕੜ ਵੀ ਹੈ, ਤੇ ਉਹ ਕਿਵੇਂ ਬੋਲਣਾ ਹੈ? ਮੈਂ ਤਾਂ ਗਿਆਨੀ ਜੀ ਨੂੰ ਬੇਨਤੀ ਕਰਾਂਗਾ ਵੀ ਥੋੜਾ ਜਿਹਾ ਇਸ ਬਾਰੇ ਚਾਨਣਾ ਪਾ ਦਿਓ। ਜਿਵੇਂ ਅੱਗੇ ਪ੍ਰਿੰਸੀਪਲ ਚੇਅਰਮੈਨ ਸਾਹਿਬ ਨੇ ਦੱਸਿਆ ਵੀ ਸੀਗਾ, ਪਰ ਇਹ ਬੜੇ ਇਸ਼ੂ ਇਹੋ ਜਿਹੇ ਨੇ ਵੀ ਸਾਨੂੰ ਜਲਦੀ ਪਕੜ 'ਚ ਨਹੀਂ ਆਉਂਦੇ। ਤਾਂ ਮੈਂ ਗਿਆਨੀ ਜੀ ਨੂੰ ਬੇਨਤੀ ਕਰ ਰਿਹਾ ਵੀ ਜਿਵੇਂ ਹਾਂ, ਇਹ ਇੱਕ ਅੱਖਰ ਤੁਹਾਡੇ ਸਾਹਮਣੇ ਆ ਗਏ ਜੀ, ਗੋਬਿੰਦ। ਗੱਗੇ ਨੂੰ ਅੰਕੜ ਵੀ ਹੈ, ਹੋੜਾ ਵੀ ਹੈ, ਵਵੇ ਨੂੰ ਸਿਹਾਰੀ, ਟਿੱਪੀ ਦੱਦਾ, ਰਿੱਖੀ ਕੇਸ ਗੋਪਾਲ ਗੋਬਿੰਦ। ਇਹਨੂੰ ਗੋਬਿੰਦ ਪੜ੍ਹਨੇ। ਇਹਦਾ ਅਸਲ ਰੂਪ ਸ਼ਬਦ ਦਾ ਤਾਂ ਹੈ ਗੋਬਿੰਦ ਹੋੜੇ ਨਾਲ। ਹਾਂਜੀ ਹਾਂਜੀ, ਪਰ ਇੱਥੇ ਮਾਤਰਕ ਪ੍ਰਬੰਧ ਪੂਰਾ ਰੱਖਣ ਵਾਸਤੇ ਇਹਨੂੰ ਗੋਬਿੰਦ ਉਚਾਰਨ ਕਰਨਾ। ਅੱਛਾ ਜੀ, ਮਤਲਬ ਇਹ ਆਪਣਾ ਪਾਠ ਕਰਨ ਲੱਗਿਆ ਕਰਨਾ ਹੈ ਕਿ ਕੀਰਤਨ ਕਰਨ ਲੱਗਿਆ ਵੀ ਕੋਈ ਫਰਕ ਨਹੀਂ ਚਾਹੀਦਾ ਤਾਂ ਹੈ ਕੀਰਤਨ ਕਰਨ ਲੱਗਿਆ ਵੀ ਹੋਵੇ, ਪਰ ਪਾਠ ਕਰਨ ਲੱਗਿਆ ਵੀ ਇਹਦਾ ਉਚਾਰਨ, ਕਿਉਂਕਿ ਪਾਠ ਦੀ ਜਿਹੜਾ ਉਹ ਰਿਦਮ ਦੇ ਵਿੱਚ ਕੀਤਾ ਜਾਂਦਾ ਹੈ, ਕਰਨਾ ਚਾਹੀਦਾ। ਠੀਕ ਹੈ ਜੀ। ਇਸ ਕਰਕੇ ਦੋਵੇਂ ਰੂਪਾਂ ਵਿੱਚ ਔਰ ਦੋਵੇਂ ਵਕਤਾਂ ਦੇ ਵਿੱਚ ਇਹਦਾ ਉਚਾਰਨ ਮਾਤਰਕ ਪ੍ਰਬੰਧ ਦੁਆਰਾ ਹੀ ਹੋਣਾ ਹੈ। ਅੱਛਾ ਜੀ, ਸੋ ਜਿਸ ਤਰ੍ਹਾਂ ਜਿਹੜੀ ਐਡੀਸ਼ਨਲ ਮਾਤਰਾ ਲੱਗੀ ਹੈ, ਵਾਧੂ ਲੱਗੀ ਹੈ, ਇਹਦਾ ਮਤਲਬ ਉਹਦੇ ਨਾਲ ਉਚਾਰਨ ਕਰਨਾ। ਹਾਂਜੀ ਹਾਂਜੀ, ਕਿਉਂਕਿ ਨਾਰਮਲ ਲਫ਼ਜ਼ ਗੋਬਿੰਦ ਹੈ ਜੀ, ਪਰ ਇੱਥੇ ਨਾਲ ਅੰਕੜ ਹੈ। ਤਾਂ ਜਿਸ ਤਰ੍ਹਾਂ ਗਿਆਨੀ ਜੀ ਨੇ ਦੱਸਿਆ ਕਿ ਰਿਦਮ ਦਾ ਬੈਲੈਂਸ ਪੂਰਾ ਕਰਨ ਲਈ ਇਹਨੂੰ ਗੋਬਿੰਦ ਉਚਾਰਿਆ ਜਾਣਾ। ਹਾਂਜੀ, ਇਸੇ ਤਰ੍ਹਾਂ ਗੋਪਾਲ ਲਫ਼ਜ਼ ਵੀ ਆਉਂਦਾ ਹੈ, ਜੇ ਝੋੜਾ ਵੀ ਹੁੰਦਾ ਹੈ ਤੇ ਅੰਕੜ ਵੀ ਹੁੰਦੀ ਹੈ। ਹਾਂਜੀ, ਉੱਥੇ ਗੋਪਾਲ ਜਿਹੜਾ ਹੈ ਰਿਦਮ ਪੂਰਾ ਰੱਖਣ ਵਾਸਤੇ ਅੰਕੜ ਉਚਾਰਨ ਹੋਣਾ ਹੈ, ਪਰ ਉਹਦਾ ਅਸਲ ਸਰੂਪ ਜਿਹੜਾ ਹੈ ਉਹ ਹੋੜੇ ਨਾਲ ਯਾਦ ਰੱਖਣਾ। ਹਾਂਜੀ, ਇਹਦਾ ਮਤਲਬ ਹੈ ਕਿ ਗੁਰੂ ਮਹਾਰਾਜ ਨੇ, ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾ ਕੀਤੀ ਲਿਖਵਾਉਣ ਵੇਲੇ ਕਿ ਅਸਲ ਸਰੂਪ ਵੀ ਹੈ ਤੇ ਉਚਾਰਨ ਵਾਲਾ ਦੋਨੋਂ ਰੱਖੇ ਨੇ। ਹਾਂਜੀ ਹਾਂਜੀ, ਅਸਲ ਸਰੂਪ ਨਾ ਲਿਖਿਆ ਜਾਏ, ਉੱਪਰ ਹੋੜਾ ਨਾ ਲਿਖਿਆ ਜਾਏ, ਤੇ ਮੁੜ ਕੇ ਸਾਡੇ ਮਨ 'ਚ ਬੈਠ ਜਾਣਾ ਸੀ ਵੀ ਗੋਬਿੰਦ ਹੁੰਦਾ ਹੀ ਅੰਕੜ ਨਾਲ ਹੈ। ਤੇ ਇਹ ਸਤਿਗੁਰਾਂ ਦੀ ਬੜੀ ਦੂਰਅੰਦੇਸ਼ੀ, ਬੜੀ ਕਿਰਪਾ ਕੀਤੀ ਉਹਨਾਂ ਨੇ ਕਿ ਅਸਲ ਮਾਤਰਾ ਵੀ ਹੈ ਤੇ ਉਚਾਰਨ ਕਰਨ ਵਾਲੀ ਮਾਤਰਾ ਵੀ ਨਾਲ ਲਿਖ ਦਿੱਤੀ। ਇਹੋ ਜਿਹੇ ਸਾਨੂੰ ਹੋਰ ਬਹੁਤ ਸਾਰੇ ਅੱਖਰ ਲੱਭਦੇ ਨੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਤੋਂ ਸੰਗਤ ਨੂੰ ਬੇਨਤੀ ਹੈ ਕਿ ਇਹ ਸਾਨੂੰ ਬੜਾ ਇਸ ਦਾ ਲਾਭ ਹੋਏਗਾ, ਜਿਹੜਾ ਗਿਆਨੀ ਜੀ ਨੇ ਦੱਸਿਆ ਕਿ ਜਿਹੜਾ ਮਾਤਰਕ ਉਚਾਰਨ ਮਾਤਰਾ ਜਿਹੜੀ ਹੈ ਉਹਦਾ ਵੀ ਆਪਾਂ ਬਿਲਕੁਲ ਧਿਆਨ ਰੱਖਣਾ ਵੀ ਜਿਸ ਵੇਲੇ ਆਪਾਂ ਪਾਠ ਕਰਨਾ। ਤੋਂ ਬਹੁਤ ਬਹੁਤ ਸ਼ੁਕਰੀਆ ਇਸ ਸਵਾਲ ਲਈ। ਪਰ ਅਜੇ ਤੁਹਾਡੀ ਹੋਰ ਸੇਵਾ ਜੀ। ਅਗਲਾ ਸਵਾਲ ਵੀ ਉਹ ਤੁਹਾਡੇ ਹਿੱਸੇ ਆ ਰਿਹਾ, ਕਿਉਂਕਿ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਯੂਕੇ ਵਾਲੇ ਉਹ ਜੁਆਇਨ ਨਹੀਂ ਕੀਤੇ, ਨਾ ਉਹਨਾਂ ਦਾ ਮੈਸੇਜ ਆ ਰਿਹਾ ਕੋਈ। ਤੇ ਮੈਂ ਹੁਣ ਵੀ ਟਰਾਈ ਕਰਕੇ ਦੇਖ ਰਿਹਾ ਸਾਂ। ਤੋ ਸਵਾਲ ਬੇਨਤੀ ਹੈ ਜੀ, ਅਗਲਾ ਸਵਾਲ ਹੈ
ਇਹ ਸਵਾਲ ਹੈ ਪਹਿਲੇ ਵੀ ਪਿਛਲੇ ਹਫਤੇ ਪੈਂਡਿੰਗ ਰੱਖਿਆ ਸੀ। ਗੁਰਪ੍ਰੀਤ ਕੌਰ ਜੀ ਯੂਕੇ ਤੋਂ ਪੁੱਛਦੇ ਨੇ ਗਿਆਨੀ ਜੀ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ, ਇਹਦਾ ਕੀ ਅਰਥ ਹੈ? ਮੈਂ ਰਿਪੀਟ ਕਰ ਰਿਹਾ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ। ਗੁਰਪ੍ਰੀਤ ਕੌਰ ਦਾ ਸਵਾਲ ਹੈ। ਹਾਂਜੀ ਗਿਆਨੀ। ਹਾਂਜੀ, ਇਹਦਾ ਉਚਾਰਨ ਜਿਹੜਾ ਨੇ ਜੀ ਅੱਗੇ ਵੀ ਇਹਦੇ ਬਾਰੇ ਗੱਲਬਾਤ ਹੋਈ ਸੀ ਵੀ ਦੋਵਾਂ ਰੂਪਾਂ ਦੇ ਵਿੱਚ ਕੀਤਾ ਜਾਂਦਾ ਹੈ। ਵਾਵਾ ਹਾਹੇ ਨੂੰ ਸਿਆਰੀ ਤੇ ਵਾਵਾ ਹਾਹਾ ਮੁਕਤਾ ਜਾਂ ਹਾਹੇ ਨੂੰ ਔਂਕੜ। ਇੱਥੇ ਦੋਵਾਂ ਰੂਪਾਂ ਦੇ ਵਿੱਚ ਉਚਾਰਨ ਕਰਨਾ ਠੀਕ ਹੈ। ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਹੋਣਾ ਨੇ ਵੀ ਇਹਨੂੰ ਦੋਵਾਂ ਰੂਪਾਂ ਦੇ ਉਚਾਰਨ ਕਰਨ ਦਾ ਸੰਕੇਤ ਦਿੱਤਾ ਹੋਇਆ ਹੈ। ਤੇ ਉੱਥੇ ਵੀ ਮਾਤਰਕ ਪ੍ਰਬੰਧ ਦਾ ਹੀ ਮਸਲਾ ਹੈ, ਹੋਰ ਕੋਈ ਗੱਲ ਨਹੀਂ। ਜਿਸ ਤਰ੍ਹਾਂ ਹੁਣ ਆਮ ਤੌਰ ਤੇ ਪੀਵੋ ਪਾਹਲ ਹੁਣ ਬੋਲਣ ਲੱਗ ਪਏ ਖੰਡ ਧਾਰ ਨਹੀਂ ਹੈ, ਉਹ ਡੱਡੇ ਨੂੰ ਸਿਆਰੀ ਜਿਹੜੀ ਹੈ ਨਾ ਉਹਦਾ ਝੋਕਾ ਜਿਹੜਾ ਲਾਂ ਦੇ ਵੱਲ ਨੂੰ ਹੋਣਾ ਹੈ। ਖੰਡੇ ਧਾਰ ਆਪਾਂ ਕਹਿੰਦੇ ਆ ਸਪਸ਼ਟ ਤੌਰ ਤੇ ਵਿੱਚ, ਪਰ ਉਹ ਮਾਤਰਕ ਪ੍ਰਬੰਧ ਪੂਰਾ ਰੱਖਣ ਵਾਸਤੇ ਖੰਡੇ ਧਾਰ ਥੋੜਾ ਜਿਹਾ ਉਚਾਰਨ ਹੁੰਦਾ ਮਾਤਰਾ ਪੂਰੀਆਂ ਰੱਖਣ ਵਾਸਤੇ ਸਿਆਰੀ ਦਾ। ਹੁਣ ਇਸੇ ਤਰ੍ਹਾਂ ਵਾਹ ਤੇ ਵਾਹਿਗੁਰੂ, ਵਾਹਿਗੁਰੂ ਤੇ ਵਾਹਿਗੁਰੂ, ਇਹ ਦੋਵੇਂ ਰੂਪ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਏ ਨੇ ਤੇ ਉਧਰ ਭਾਈ ਗੁਰਦਾਸ ਸਾਹਿਬ ਦੇ ਰਚਨਾ ਵਿੱਚ ਵੀ ਆਏ ਨੇ। ਤੇ ਇਹ ਦੋਵੇਂ ਰੂਪਾਂ ਦੇ ਵਿੱਚ ਠੀਕ ਹੈ, ਪਰ ਇਹਦਾ ਖਿਆਲ ਰੱਖਿਆ ਜਾਣਾ ਇਹ ਚਾਹੀਦਾ ਵੀ ਇੱਥੇ ਮਾਤਰਕ ਪ੍ਰਬੰਧ ਕਿਸ ਤਰ੍ਹਾਂ ਦਾ ਹੈ। ਤੋ ਯਾਨੀ ਜੀ ਇਹ ਵੀ ਦੱਸੋ, ਮੈਨੂੰ ਲੱਗਦਾ ਵੀ ਜਿਨ੍ਹਾਂ ਨੇ ਸਵਾਲ ਕੀਤਾ ਸ਼ਾਇਦ ਇਹਦਾ ਉਹ ਨਾਲ ਅਰਥ ਵੀ ਚਾਹੁੰਦੇ ਨੇ, ਵਾਹਿਗੁਰੂ ਗੁਰੂ ਮੰਤਰ ਜਪ ਹੋਮੈ ਖੋਈ। ਕਿਰਪਾ ਕਰਕੇ ਥੋੜਾ ਜਿਹਾ ਇਹਨੂੰ ਵਿਸਥਾਰ ਸਹਿਤ ਦੱਸੋ ਜੀ। ਇਹਦੇ ਬਾਰੇ ਬੇਨਤੀ ਹੋਈ ਹੈ ਜੀ ਵੀ ਪੰਜ ਪਿਆਰੇ ਜਦੋਂ ਉਚਾਰਨ ਕਰਾਉਂਦੇ ਆ, ਗੁਰੂ ਮੰਤਰ ਜਿਹੜਾ ਦਿੱਤਾ ਜਾਂਦਾ ਹੈ ਜਾਂ ਦ੍ਰਿੜ ਕਰਾਇਆ ਜਾਂਦਾ ਹੈ, ਉਹ ਵਾਹਿਗੁਰੂ ਹੀ ਕਿਹਾ ਜਾਂਦਾ ਹੈ। ਵਾਹ ਦਾ ਅਰਥ ਤਾਂ ਆਚਰਜ ਰੂਪ ਹੀ ਹੈ ਤੇ ਹਨੇਰਾ ਦੂਰ ਕਰਨ ਵਾਲਾ। ਗੋਮੈ ਨੇ ਹਨੇਰਾ, ਰੂਮੇ ਨੇ ਪ੍ਰਕਾਸ਼। ਤੇ ਵਾਹਿਗੁਰੂ ਗੁਰੂ ਮੰਤਰ ਹੈ ਵੀ ਗੁਰੂ ਦਾ ਮੰਤਰ ਜਿਹੜਾ ਹੈ ਉਹ ਨਾਮ ਦੇ ਤੌਰ ਤੇ ਵਾਹਿਗੁਰੂ ਗੁਰੂਆਂ ਵੱਲੋਂ ਹੀ ਨਿਯਤ ਹੋਇਆ ਹੈ। ਇਸ ਕਰਕੇ ਇਹਦਾ ਜਪ ਕਰਨ ਦੇ ਨਾਲ ਹਉਮੈ ਦੂਰ ਕਰਨ ਦਾ ਸਾਧਨ ਹੈ ਗੁਰੂ ਕੇ ਸਿੱਖ ਦੇ ਲਈ। ਠੀਕ ਹੈ ਜੀ। ਇਹ ਜਿਹੜਾ ਆਪਾਂ ਪਹਿਲੇ ਉਚਾਰਨ ਕਰ ਰਹੇ ਸੀ ਜੀ ਗੋਬਿੰਦ ਦਾ, ਉਹ ਸਕਰੀਨ ਤੇ ਇੱਕ ਸਵਾਲ ਆ ਰਿਹਾ ਗਿਆਨੀ ਜੀ, ਉਹ ਪੁੱਛਦੇ ਨੇ, ਮੈਂ ਸਵਾਲ ਪੜ੍ਹ ਦੇਣਾ ਜੀ। ਉਹ ਕਹਿੰਦੇ ਵੀ ਇਸ ਅੱਖਰ ਨੂੰ ਗੱਗੇ ਨੂੰ ਹੋੜਾ, ਊੜਾ ਖੁੱਲਾ, ਵਵੇ ਨੂੰ ਸਿਆਰੀ ਉੱਤੇ ਟਿੱਪੀ ਦੱਦਾ। ਮੈਂ ਰਿਪੀਟ ਕਰ ਰਿਹਾ ਗਿਆਨੀ ਜੀ, ਗੱਗੇ ਨੂੰ ਹੋੜਾ, ਊੜਾ ਖੁੱਲਾ, ਵਵੇ ਨੂੰ ਸਿਆਰੀ ਉੱਤੇ ਟਿੱਪੀ ਦੱਦਾ, ਗੋਵਿੰਦ। ਏਦਾਂ ਕਰ ਸਕਦੇ ਹੋ ਉਚਾਰਨ? ਬਿਲਕੁਲ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, ਗੋਵਿੰਦ। ਅੱਛਾ ਜੀ। ਹਾਂਜੀ, ਪਰ ਵਾਵੇ ਦੀ ਆਵਾਜ਼ ਜਿਹੜੀ ਹੈ ਉਹ ਵਿੱਚ ਲਿਆਣੀ ਪਏਗੀ, ਗੋਵਿੰਦ। ਅੱਛਾ ਜੀ। ਮੇਰੇ ਮੂੰਹ ਦੇ ਵਿੱਚ ਦੰਦ ਨਹੀਂ ਹੈ, ਇਸ ਕਰਕੇ ਸ਼ਾਇਦ ਚੰਗੀ ਤਰ੍ਹਾਂ ਤੁਹਾਨੂੰ ਮੇਰੀ ਆਵਾਜ਼ ਵੀ ਸਮਝ ਨਾ ਆਉਂਦੀ ਹੋਵੇ। ਆ ਰਹੀ ਹੈ ਉਹ ਵਾਵਾ ਜਿਹੜਾ ਉਹਨੂੰ ਵੀ ਛੋਹਣਾ, ਔਰ ਤੁਹਾਡਾ ਉਚਾਰਨ ਬਿਲਕੁਲ ਸਹੀ ਆ ਰਿਹਾ, ਕੋਈ ਐਸੀ ਗੱਲ ਨਹੀਂ। ਮਿਹਰਬਾਨੀ। ਹਾਂਜੀ, ਤੋ ਇਹ ਕੁਐਸਚਨ ਸੀਗਾ ਟੀਪੀ ਸਿੰਘ ਜੀ ਵੱਲੋਂ ਸੀਗਾ ਬਈ ਗੱਗੇ ਨੂੰ ਹੋੜਾ, ਊੜਾ ਖੁੱਲਾ, ਵਵੇ ਨੂੰ ਸਿਆਰੀ ਤੇ ਟਿੱਪੀ ਦੋਨੋਂ ਦੱਦਾ। ਤੋ ਜਿਸ ਤਰ੍ਹਾਂ ਗਿਆਨੀ ਦੱਸਿਆ ਇਹਨੂੰ ਗੋਬਿੰਦ, ਮਤਲਬ ਉਹਦੇ ਚ ਆਪੇ ਊੜੇ ਦੀ ਆਵਾਜ਼ ਵੀ ਆ ਜਾਏਗੀ ਜਿਸ ਤਰ੍ਹਾਂ ਆਪਾਂ ਕਰਾਂਗੇ। ਤੇ ਪਰ ਜਿਹੜੀ ਉਹ ਮਾਤਰਾ ਅੰਕੜ ਵਾਲੀ ਸੀ ਗਿਆਨੀ ਜੀ, ਉਹਦਾ ਕੀ ਬਣੇਗਾ? ਉਹ ਫਿਰ ਗੋਬਿੰਦ ਤੁਸੀਂ ਕਿਹਾ ਨਾ? ਹਾਂਜੀ ਹਾਂ, ਇੱਥੇ ਨਾ ਜੀ ਮਸਲ ਮੈਂ ਵਾਵੇ ਦੇ ਬਾਰੇ ਕਹਿ ਰਿਹਾ ਵੀ ਵਾਵਾ ਵੀ ਉਚਾਰਨ ਹੋਣਾ ਹੈ ਤੇ ਗੋਬਿੰਦ ਜਾਣਾ, ਗੋਬਿੰਦ। ਠੀਕ ਹੈ, ਠੀਕ। ਮਾਤਰਕ ਪ੍ਰਬੰਧ ਦੇ ਵਾਸਤੇ ਉਹਦਾ ਔਂਕੜ ਜਿਹੜਾ ਉਚਾਰਨ। ਉਹਨਾਂ ਨੇ ਜਿਹੜਾ ਸਵਾਲ ਪੁੱਛਿਆ ਨਾ, ਉਹ ਗੱਗੇ ਨੂੰ ਹੋੜਾ, ਊੜੇ ਦਾ ਮੂੰਹ ਖੁੱਲਾ ਕਰਕੇ, ਵਾਵੇ ਨੂੰ ਸਿਆਰੀ ਦੇ ਉੱਤੇ ਟਿੱਪੀ ਦਾ ਦੱਦਾ, ਇਸ ਤਰ੍ਹਾਂ ਕਰਕੇ ਵੀ ਇਦਾਂ ਉਚਾਰਨ ਹੋ ਸਕਦਾ। ਜਦ ਕਿ ਅਸੀਂ ਇਹ ਕਹਿ ਰਹੇ ਹਾਂ ਵੀ ਜਦੋਂ ਦੋ ਮਾਤਰੇ ਸ਼ਬਦ ਆਉਂਦੇ ਆ, ਇੱਕ ਸ਼ਬਦ ਦਾ ਮੂਲ ਮਾਤਰਾ ਹੁੰਦੀ ਹੈ, ਇੱਕ ਸ਼ਬਦ ਦਾ ਨਾਪ ਤੋਲ ਪੂਰਾ ਕਰਨ ਲਈ ਮਾਤਰਾ ਹੁੰਦੀ ਹੈ। ਅਸੀਂ ਉਚਾਰਨ ਵਿੱਚ ਜਿਹੜਾ ਸ਼ਬਦ ਦੀ ਨਾਪ ਤੋਲ ਪੂਰਾ ਕਰਦੀ ਉਹ ਮਾਤਰਾ ਉਚਾਰਨ ਵਿੱਚ ਆਉਂਦੀ ਹੈ, ਮੂਲ ਮਾਤਰਾ ਉਚਾਰਨ ਵਿੱਚ ਨਹੀਂ ਆਉਂਦੀ। ਹੁਣ ਇੱਥੇ ਜਿਹੜਾ ਸ਼ਬਦ ਹੈਗਾ, ਇੱਥੇ ਫਿਰ ਜੇ ਗੱਗੇ ਨੂੰ ਹੋੜਾ ਤੇ ਊੜੇ ਦਾ ਮੂੰਹ ਖੁੱਲਾ ਕਰਕੇ ਉਚਾਰਨ ਕਰਦੇ, ਇਹ ਕਿਸ ਤਰ੍ਹਾਂ ਉਚਾਰਨ ਹੋਏ? ਗੋਂਗ ਕਿੱਦਾਂ ਹੋ ਸਕਦਾ ਜੀ ਉਚਾਰਨ? ਅੱਛਾ, ਮੈਨੂੰ ਉਹਦਾ ਸਰੂਪ ਦੇਖਣਾ ਪਏਗਾ ਜੀ ਕਿ ਕਿੱਥੇ
ਕਿੱਥੇ ਕਿ ਇਹ ਸ਼ਬਦ ਵਰਤਿਆ ਗਿਆ ਹੈ ਮੇਰੇ ਹਾਲੇ ਨਹੀਂ ਗਿਆਨੀ ਜੀ ਵਰਤਿਆ ਨਹੀਂ ਹੈਗਾ। ਉਹਨਾਂ ਨੇ ਪੁੱਛਿਆ ਏਦਾਂ ਉਚਾਰਨ ਕਰ ਸਕਦੇ ਆ? ਏਦਾਂ ਕੋਈ ਉਚਾਰਨ ਬਣਦਾ ਨਹੀਂ ਹੈ। ਜਿਸ ਤਰ੍ਹਾਂ ਉਹਨਾਂ ਨੇ ਗੱਗੇ ਦਾ ਹੋੜਾ ਕਰਕੇ ਤੇ ਊੜੇ ਦਾ ਮੂੰਹ ਖੋਲ ਦਿੱਤਾ, ਇਹ ਕੋਈ ਉਚਾਰਨ ਸ਼ਬਦ ਦਾ ਕਿੱਦਾਂ ਕਰ ਸਕਦੇ ਆਪਾਂ? ਇਹਨੂੰ ਹੋੜਾ ਲਗਾ ਕਰਕੇ ਊੜੇ ਦੀ ਲੋੜ ਹੀ ਨਹੀਂ ਹੈ ਉੱਥੇ। ਹਾਂਜੀ, ਇਹੀ ਗੱਲ ਕਰਦਾ ਨਾ ਜੀ। ਮੈਂ ਵੀ ਇਹੀ ਬੇਨਤੀ ਕੀਤੀ ਹੈ ਕਿ ਉਹਨਾਂ ਨੇ ਜਿਹੜਾ ਸਵਾਲ ਪੁੱਛਿਆ ਉਹ ਹੋਰ ਹੈ, ਅਸੀਂ ਜਵਾਬ ਉਹਦਾ ਵਾਵੇ ਦਾ ਦੇ ਰਹੇ ਹਾਂ। ਵਾਵੇ ਵਾਲਾ ਸਵਾਲ ਨਹੀਂ ਹੈਗਾ। ਸਵਾਲ ਫਿਰ ਹੈਗਾ ਵੀ ਜਿਹੜਾ ਆਪਾਂ ਪਹਿਲਾਂ ਗੋਬਿੰਦ ਗੱਗੇ ਨੂੰ ਕਰਦੇ, ਗੱਗੇ ਨੂੰ ਹੋੜਾ ਦੋ ਮਾਤਰਾ ਆ ਗਈਆਂ, ਵਾਵੇ ਨੂੰ ਸਿਆਰੀ ਆ ਗਈ, ਉੱਤੇ ਟਿੱਪੀ ਆ ਗਈ, ਦੱਦਾ ਆ ਗਿਆ। ਅਸੀਂ ਇੱਥੇ ਇਹਦਾ ਉਚਾਰਨ ਗੱਗੇ ਨੂੰ ਲੱਗੀ ਹੋਈ ਜਿਹੜੀ ਮਾਤਰਾ ਨਾਪ ਊੜੇ ਦੀ ਜਿਹੜੀ ਓਂਕਾਰ ਵਾਲੀ ਜਿਹੜੀ ਉਹ ਉਚਾਰਨ ਹੋਣੀ ਹੈ। ਨਹੀਂ, ਠੀਕ ਹੈ ਜੀ, ਗੋਬਿੰਦ ਹੋ ਜਾਣਾ, ਗੋਬਿੰਦ। ਠੀਕ ਹੈ ਜੀ। ਤੋ ਅਗਲਾ ਇੱਕ ਹੋਰ ਕੁਐਸਚਨ ਆਇਆ ਜੀ ਪ੍ਰਗਟ ਸਿੰਘ ਵੱਲੋਂ, ਬਈ ਭਾਈ ਕਾਨ ਸਿੰਘ ਜੀ ਨਾਭਾ ਵਾਹਿਗੁਰੂ ਉਚਾਰਨ ਕਰਨ ਦੀ ਤਕੀਦ ਕੀ ਕਰਦੇ ਆ? ਵਾਹਿਗੁਰੂ ਉਚਾਰਨ ਕਰਨ ਦੀ ਤਕੀਦ ਕਰਦੇ ਆ। ਉਹਨਾਂ ਨੇ ਦੋਵੇਂ ਤਰੀਕੇ ਨਾਲ ਦੱਸਿਆ ਜੀ, ਵਾਹਿਗੁਰੂ ਵੀ ਠੀਕ ਹੈ ਤੇ ਵਾਹਿਗੁਰੂ ਵੀ ਠੀਕ ਹੈ। ਠੀਕ ਹੈ। ਤੋ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਵਾਹਿਗੁਰੂ ਵਰਤਿਆ। ਵਾਹਿਗੁਰੂ ਗੁਰੂ ਮੰਤਰ ਸੁਣਾਇਆ, ਇਸ ਤਰ੍ਹਾਂ ਤੋਂ ਕਹਿ ਸਤਿਗੁਰੂ ਦਇਆਲ ਹੋਏ ਵਾਹਿਗੁਰੂ ਗੁਰੂ ਮੰਤਰ ਸੁਣਾਇਆ। ਠੀਕ ਹੈ, ਹਾਂਜੀ ਠੀਕ ਹੈ। तो मैं उम्मीद करता जी, और टीपी सिंह जी का जवाब भी आ गया बई उन्होंने जिहड़ा उनका सवाल सी उहदा ठीक जवाब जिहड़ा उन्होंने मिल गया। तो ज्ञानी जी, थैंक यू जी। हाँ जी, तुसी कुछ होर कहना? नहीं, बस ठीक है। ठीक है जी, शुक्रिया ज्ञानी जी तुहाडा इन्हां सवालों का तुसी सानू साडी तसल्ली कराई है। फिर भी संगतां दा भी बहुत धन्नवाद। तो फिर भी संगत विचों जेकर किसी ने कोई अजे भी कई बार बाद च ख्याल आ जाता है तो हुण ना सही बाद च भी ख्याल आए तो कृपा करके जरूर लिखो, क्योंकि क्वेश्चन आंसर बहुत जरूरी ने तां जे मन में कोई डाउट ना रह जाए। क्योंकि जिस वेले कोई लैक्चर चल रहा या कथा चल रही है उस वेले आपां विच कहण दा रिवाज नहीं है, कहना भी नहीं चाहिए, उस वेले सुनने ते जोर होना चाहिए। पर बाद में क्वेश्चन करना बड़ा जरूरी है। जे मन में निका जिहा भी कोई डाउट रह जाए तो कृपा करके जरूर अपना लिख के क्वेश्चन भेजा जाए। तो एक गल मैं थोड़ी जी छोटी जी होर सुना दियां, दस दियां। हाँ जी, हाँ जी। आपां जदों फतेह शब्द वरतींदा सुनते हाँ या आम बोलते हाँ, हाँ जी, कोई उन्होंने फतेह कहता है, वो फतेह ही कहता है, पर गुरु ग्रंथ साहिब महाराज दे विच ओहदा असल उचारण जिहड़ा है वो दस दिता होया है। अच्छा जी। फफा तत्ते नूं सियारी ते हाहा। अच्छा, ਉਹਨੂੰ ਫਤਿਹ ਬੋਲਿਆ ਜਾਣਾ ਚਾਹੀਦਾ ਹੈ, ਨਾ ਫਤਿਹ ਬੋਲਿਆ ਜਾਣਾ ਚਾਹੀਦਾ ਹੈ, ਤੇ ਨਾ ਫਤਹਾ ਬੋਲਿਆ ਜਾਣਾ ਚਾਹੀਦਾ ਹੈ, ਨਾ ਫਤਿਹ ਬੋਲਿਆ ਜਾਣਾ ਚਾਹੀਦਾ, ਜਦ ਕਿ ਇਹ ਗਲਤ ਉਚਾਰਨ ਹੋ ਰਹੇ ਆ। ਸਾਡੇ ਕੋਲ ਸੇਧ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੈ, ਜਿਹਦੇ ਵਿੱਚ ਬਿਲਕੁਲ ਦਰੁਸਤ ਉਚਾਰਨ ਜਿਹੜਾ ਹੈ ਉਹ ਅੱਖਰਾਂ ਵਿੱਚ ਗੁਰੂ ਸਾਹਿਬ ਨੇ ਔਰ ਮਾਤਰਾ ਜਿੱਥੇ ਲੋੜ ਹੈ ਉਹਦੇ ਮੁਤਾਬਕ ਦੱਸ ਦਿੱਤਾ ਹੋਇਆ। ਫਤਿਹ ਭਈ ਮਨ ਜੀਤ 52 ਅੱਖਰੀ ਦੇ ਵਿੱਚ ਸ਼ਬਦ ਆਉਂਦਾ ਹੈ। ਠੀਕ ਤੇ ਖੁਦੀ ਮਿੱਟੀ ਦਾ ਸੁਖ ਭਏ ਫਤਿਹ ਭਾਈ ਮਨ ਜੀ। ਇਹ ਇਸ ਤਰ੍ਹਾਂ ਤੋਂ ਗਿਆ ਮੇਰਾ ਖਿਆਲ 52 ਅੱਖਰੀ ਦੇ ਵਿੱਚ। ਫਤਿਹ ਫਫਾ ਤੱਤੇ ਨੂੰ ਸਿਆਰੀ ਤੇ ਹਾਹਾ, ਇਸੇ ਤਰ੍ਹਾਂ ਹੀ ਲਿਖਤ ਵਿੱਚ ਆਉਣਾ ਚਾਹੀਦਾ। ਇਹ ਲਿਖਾਰੀਆਂ ਦੀ ਗਲਤੀ ਦੇ ਨਾਲ ਹੀ ਹਾਹੇ ਨੂੰ ਬਾਅਦ ਦੇ ਵਿੱਚ ਸਿਆਰੀ ਪੈ ਗਈ ਹੈ, ਉਹਦਾ ਉੱਥੇ ਕੋਈ ਮਤਲਬ ਨਹੀਂ ਹੈ, ਜਦ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਬਿਲਕੁਲ ਦਰੁਸਤ ਦੱਸ ਰਹੇ ਨੇ ਜਿਸ ਤਰ੍ਹਾਂ ਇਹ ਬੋਲਿਆ ਜਾਂਦਾ। ਠੀਕ ਹੈ ਜੀ। तो ज्ञानी जी ने बड़ा अहम दसिया। ये मेरे मन च पुराना डाउट सी, क्योंकि मैं एक बहुत कंपनी के लैटर पैड से देखा उत्थे फफा तत्ता ते हाहा, और वो बड़े सालों तो इदा ही लिखे फतेह नूं फफा तत्ता हाहा मात्रा कोई नहीं लगी होंगी। तो मेरे दिमाग च भी शायद इस तरह, और कई उचारण च भी कई वीर जिहड़े नूं फतेह बोलते हैं। तो अज इन्होंने बिल्कुल गुरबाणी की उदाहरण दे के कि फफा तत्ते नूं सियारी हाहा फतेह है। तो ये आप जी का शुक्रिया ज्ञानी जी, तुसीं ये भी क्लैरिफिकेशन दी है कि आपां नूं फतेह उचारना, वाहिगुरू जी का खालसा वाहिगुरू जी की फतेह। वैसे उचारदे ते फतेह ही हाँ, पर ये जी डाउट वाली गल सी, मेरे खुद मन च डाउट सी, क्योंकि मैं किसी कंपनी के
ਲੈਟਰ ਹੈਡ ਤੇ ਇਸ ਤਰ੍ਹਾਂ ਪੜ੍ਹਿਆ ਸੀ। ਤੋ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ। ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਜਿਨ੍ਹਾਂ ਨੇ ਬੜੇ ਆਪਣੇ ਕੁਐਸਚਨ ਭੇਜੇ ਨੇ ਜਾਂ ਵਿੱਚ ਜਿਹੜੀ ਐਡੀਸ਼ਨਸ ਹੁਣ ਆਉਂਦੀਆਂ ਰਹੀਆਂ ਨੇ। ਤੋ ਇਹ ਆਪ ਜੀ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ। ਜਿਸ ਤਰ੍ਹਾਂ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਆਪਣੀ ਕਿਰਪਾ ਕਰਕੇ ਤੁਸੀਂ ਸਵਾਲ ਜਿਹੜੇ ਨੇ ਜਦ ਮਰਜ਼ੀ ਭੇਜੋ। ਜਿੰਨੇ ਸਵਾਲ ਸਾਡੇ ਕੋਲ ਐਤਵਾਰ ਤੱਕ ਆਉਣਗੇ ਉਹ ਅਸੀਂ ਡਿਸਕਸ ਕਰਕੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਜਵਾਬ ਦਿੱਤਾ ਜਾਏ। ਇੱਕ ਸਵਾਲ ਅੱਜ ਸਵੇਰੇ ਆਇਆ ਸੀਗਾ ਤੇ ਉਹ ਆਪਾਂ ਲੈ ਨਹੀਂ ਸਕਦੇ ਕਿਉਂਕਿ ਐਤਵਾਰ ਨੂੰ ਪਹਿਲੇ ਪੈਨਲ ਸਾਰੇ ਸਵਾਲ ਨੂੰ, ਹਰ ਇੱਕ ਸਵਾਲ ਨੂੰ ਡਿਸਕਸ ਕਰਦਾ ਤੇ ਉਸ ਤੋਂ ਬਾਅਦ ਰਾਏ ਮਿਲਾ ਕੇ ਤੇ ਫਿਰ ਅਸੀਂ ਤੁਹਾਡੇ ਸਾਹਮਣੇ ਪੇਸ਼ ਹੁੰਦੇ ਹਾਂ। ਜਿਹੜਾ ਅੱਜ ਸਵੇਰੇ ਸਵਾਲ ਆਇਆ, ਮੈਂ ਜਿਨ੍ਹਾਂ ਨੇ ਭੇਜਿਆ ਉਹਨੂੰ ਆਪਾਂ ਸੁੱਖੇ ਮੰਗਦਾ ਤੇ ਹੋਰ ਕੋਸ਼ਿਸ਼ ਕਰਾਂਗੇ ਵੀ ਅਗਲੇ ਹੈ ਜਿਹੜਾ ਸੋਮਵਾਰ ਹੈ ਉਹਦੇ ਚ ਉਹਨਾਂ ਦਾ ਸਵਾਲ ਮੈਨੂੰ ਦੱਸ ਦਿਓ ਜਰੂਰ। ਹਾਂਜੀ, ਉਹ ਮੈਂ ਤੁਹਾਨੂੰ ਵੈਸੇ ਭੇਜ ਵੀ ਦਿੱਤਾ ਜੀ ਤੇ ਅੱਛਾ ਜੀ, ਹਾਂਜੀ ਮੈਂ ਤੁਹਾਨੂੰ WhatsApp ਕਰ ਦਿੱਤਾ, ਅੱਜ ਸਵੇਰੇ ਹੀ ਆਇਆ ਸੀਗਾ। ਮਿਹਰਬਾਨੀ। ਆਪਾਂ ਪੈਂਡਿੰਗ ਰੱਖਿਆ। ਸਰਬਜੀਤ ਸਿੰਘ ਜੀ ਕੁਛ ਕਹਿਣਾ ਚਾਹੁੰਦੇ ਸੀਗੇ ਤੇ ਜੇ ਉਹਨਾਂ ਦਾ ਕੁਝ ਅਰਥ ਹੈ ਕੇਂਦਰੀ ਭਾਵ, ਤਾਂ ਕਈਆਂ ਬਹੁਤਿਆਂ ਸ਼ਬਦਾਂ 'ਚ ਇੱਕ ਰਹਾਓ, ਕਈਆਂ 'ਚ ਦੋ ਤੇ ਕਈਆਂ 'ਚ ਦੋ ਤੋਂ ਵੀ ਜ਼ਿਆਦਾ 4 5 6 ਤੱਕ ਵੀ ਆਨੇ ਵੀ ਇਹ ਕਿਉਂ ਨੇ। ਮੈਂ MP ਸਿੰਘ ਜੀ ਨੂੰ ਬੇਨਤੀ ਕਰਾਂਗਾ ਵੀ ਇਹਦੇ ਬਾਰੇ ਥੋੜਾ ਚਾਨਣਾ ਪਾਣ। MP ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਵੀਰ ਜੀ ਨੇ ਦੱਸਿਆ ਹੈ ਕਿ ਕੁਝ ਸ਼ਬਦਾਂ ਵਿੱਚ ਇੱਕ ਰਹਾਓ ਹੁੰਦਾ ਹੈ, ਕਈਆਂ ਦੇ ਵਿੱਚ 2, ਕਈਆਂ ਵਿੱਚ 4 ਅਤੇ ਉਸ ਤੋਂ ਬਾਅਦ 6 ਤੱਕ ਵੀ ਰਹਾਓ ਆਏ ਹਨ। ਤੇ ਇਹ ਵੀ ਸਾਰੇ ਜਾਣਦੇ ਹੀ ਹਨ ਕਿ ਕਈ ਸ਼ਬਦਾਂ 'ਚ ਰਹਾਓ ਹੁੰਦਾ ਹੀ ਨਹੀਂ ਹੈ, ਉਹ ਜ਼ੀਰੋ ਹੀ ਹੈ। ਮਤਲਬ ਜਿਹੜੇ ਸ਼ਬਦ, ਬਹੁਤੇ ਸ਼ਬਦ ਐਸੇ ਹਨ ਜਿਨ੍ਹਾਂ ਵਿੱਚ ਰਹਾਓ ਹੈ ਹੀ ਨਹੀਂ ਹੈ। ਤਾਂ ਕਈਆਂ ਦੇ ਮਨ 'ਚ ਉੱਥੇ ਡਾਊਟ ਆ ਜਾਏਗਾ ਵੀ ਜੇ ਰਹਾਓ ਹੈ ਹੀ ਨਹੀਂ ਇਹਦਾ ਮਤਲਬ ਕਿ ਕੇਂਦਰੀ ਭਾਵ ਹੀ ਨਹੀਂ ਹੈ। ਤਾਂ ਐਸੀ ਗੱਲ ਨਹੀਂ ਹੈ। ਉੱਥੇ ਸਿਰਫ ਇਹ ਹੈ ਕਿ ਵੀ ਜੋ ਸ਼ਬਦ ਦੀ ਚਾਲ ਦੇ ਵਿੱਚ ਕਿਸੇ ਇੱਕ ਵੱਖਰੇ ਬੰਦ ਦੇ ਵਿੱਚ ਉਚੇਚੇ ਤੌਰ ਦੇ ਉੱਤੇ ਕੋਈ ਇੱਕ ਕੇਂਦਰੀ ਭਾਵ ਨਹੀਂ ਹੈ, ਬਲਕਿ ਜੋ ਸ਼ਬਦ ਦੀ ਜੋ ਪੂਰੀ ਨਾਰਮਲ ਚਾਲ ਚੱਲ ਰਹੀ ਹੈ ਉਹਦੇ ਵਿੱਚ ਪ੍ਰਕਰਨ ਨੂੰ ਨਾਰਮਲੀ ਉਹਨੂੰ ਲਿਆ ਗਿਆ ਹੈ ਤੇ ਸਾਰੇ ਸ਼ਬਦ ਨੂੰ ਧਿਆਨ 'ਚ ਰੱਖ ਕੇ ਵਿਚਾਰ ਕਰਨੀ ਹੈ। ਪਰ ਐਸੇ ਸ਼ਬਦਾਂ 'ਚ ਆਮ ਤੌਰ ਤੇ ਔਰ ਜਿਵੇਂ ਖਾਸ ਤੌਰ ਤੇ 12 ਦੀਆਂ ਪੌੜੀਆਂ ਹੁੰਦੀਆਂ ਹਨ, ਉਹਨਾਂ ਦੇ ਵਿੱਚ ਵੀ ਜੋ ਆਖਰੀ ਪੰਕਤੀ ਹੁੰਦੀ ਹੈ ਉਹਦੇ ਵਿੱਚ ਜਿਹੜਾ ਹੈ ਮੇਨ ਕਨਕਲੂਜਨ ਹੁੰਦਾ ਹੈ ਸ਼ਬਦ ਦੇ ਭਾਵ ਦਾ। ਤਾਂ ਜਿੱਥੇ ਰਹਾਓ ਨਹੀਂ ਹੁੰਦਾ ਉੱਥੇ ਆਮ ਤੌਰ ਤੇ ਸ਼ਬਦ ਦੀ ਆਖਰੀ ਪੰਕਤੀ ਜਿਹੜੀ ਹੈ ਉਹ ਕੇਂਦਰੀ ਭਾਵ ਜਾਂ ਇਹ ਕਹੋ ਕਿ ਜੋ ਮੇਨ ਮੁੱਦਾ ਹੁੰਦਾ ਸ਼ਬਦ ਦਾ ਉਹਦਾ ਕਨਕਲੂਜਨ ਉਹਦੇ ਵਿੱਚ ਦਿੱਤਾ ਜਾਂਦਾ ਹੈ। ਜਿੱਥੇ ਇੱਕ ਰਹਾਓ ਹੈ ਉਹ ਸਾਰਿਆਂ ਨੂੰ ਗੱਲ ਸਪਸ਼ਟ ਹੈ ਕਿ ਉਹ ਰਹਾਓ ਦੀ ਪੰਕਤੀ ਜਿਹੜੀ ਹੈ ਉਹ ਕੇਂਦਰੀ ਭਾਵ ਦੀ ਹੁੰਦੀ ਹੈ। ਜਿਨ੍ਹਾਂ ਸ਼ਬਦਾਂ ਵਿੱਚ 2 ਰਹਾਓ ਹੁੰਦੇ ਹਨ, ਜਿਸ ਤਰ੍ਹਾਂ ਕਿ ਮਿਸਾਲ ਵਜੋਂ ਅਗਰ ਜੇ ਅਸੀਂ ਸ਼ਬਦ ਇੱਕ ਸੋਰਠ ਰਾਗ ਦਾ ਆਮ ਹੁਕਮਨਾਮੇ 'ਚ ਵੀ ਆਉਂਦਾ ਹੈ ਤੇ ਵੈਸੇ ਵੀ ਪੜ੍ਹਿਆ ਜਾਂਦਾ ਹੈ, ਪਾਠ ਪੜ੍ਹਿਓ ਪਰ ਭੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ। ਮੇਰੀ ਵੈਸੇ ਬੇਨਤੀ ਹੈ ਸਰ ਚਰਨਜੀਤ ਸਿੰਘ ਜੀ ਨੂੰ ਕਿ ਅਗਰ ਜੇ ਸ਼ਬਦ ਸਕਰੀਨ ਤੇ ਡਿਸਪਲੇ ਕਰਾ ਦੇਣ, ਜਦੋਂ ਅੱਗੇ ਅਸੀਂ 4 ਰਹਾਓ ਵਾਲੇ ਸ਼ਬਦਾਂ ਦੀ ਗੱਲ ਕਰਾਂਗੇ ਤੇ ਸਾਹਮਣੇ ਸਕਰੀਨ ਤੇ ਅਗਰ ਸ਼ਬਦ ਆ ਜਾਣ ਤੇ ਅੱਛਾ ਰਹੇਗਾ। तो इस शब्द के अंदर जो पहला रहाओ है, प्यारे इन बिद मिलन न जाई मैं किए कर्म अनेका, हार परे स्वामी के द्वारा तीजा बुद्ध विवेका। तो ये इस शब्द के अंदर एक समस्या जिहड़ी है गुरु साहब ने ध्यान विच लिआंदी है कि भाई इन्हां तरीकिਆਂ ਦੇ ਨਾਲ परमात्मा ਨੂੰ मिलिया नहीं जाता है। ये मैं सब टेस्ट करके देखे हुए हैं और जिथे लफज आए ने ना कि मैं किए कर्म अनेका, ਇਹਦੇ ਤੋਂ ਇਹ ਕਨਫਿਊਜ਼ਨ ਨਹੀਂ ਹੋ ਜਾਣਾ ਚਾਹੀਦਾ ਕਿ ਬਈ ਗੁਰੂ ਸਾਹਿਬ ਨੇ ਆਪ ਕਰਕੇ ਸਾਰੇ ਕਰਮ ਕੀਤੇ ਨੇ ਕਿ ਬਈ ਉਹਨਾਂ ਨੇ ਪਾਠ ਵੀ ਪੜ੍ਹੇ, ਨਿਵਲ ਭਿਅੰਗਮ ਵੀ ਕੀਤਾ ਜਾਂ ਤੀਰਥਾਂ ਤੇ ਵੀ ਗਏ ਜਾਂ ਨਗਨ ਵੀ ਰਹੇ, ਇਹ ਸਭ ਕੀਤਾ ਨਹੀਂ ਹੈ। ਇਹ ਕਵਿਤਾ ਦੇ ਇੱਕ ਸਟਾਈਲ ਹੁੰਦਾ ਹੈ ਕਿ ਕਵੀ ਜੋ ਹੈ ਉਹ ਸਬਜੈਕਟ ਮੈਟਰ ਨੂੰ ਫਸਟ ਪਰਸਨ 'ਚ ਆਪਣੇ ਉੱਤੇ ਘਟਾ ਕੇ ਗੱਲ ਕਰਦਾ ਹੈ ਸਰੋਤਿਆਂ ਨੂੰ ਸਮਝਾਉਣ ਦੀ ਖਾਤਰ। ਤੇ ਜੇ ਗੁਰੂ ਸਾਹਿਬ ਨੇ ਲਫ਼ਜ਼ ਵਰਤੇ ਹਨ ਮੈਂ ਕੀਏ ਕਰਮ ਅਨੇਕਾ, ਤਾਂ ਇਹਦਾ ਕੋਈ ਅਖਰੀ ਅਰਥ ਕਰਕੇ ਇਹ ਭਾਵ ਨਹੀਂ ਮਨ 'ਚ ਲੈ ਲੈਣਾ ਚਾਹੀਦਾ ਕਿ ਇਹ ਸਾਰੇ ਨਗਨ ਫਿਰਿਓ ਤੇ ਧਰਤੀ ਭ੍ਰਮਿਓ ਵਾਲੇ ਸਾਰੇ ਜਾਂ ਤੀਰਥਾਂ ਦੇ ਸਿਰ ਕਰਵਤ ਰਾਏ ਵਾਲੇ ਕੰਮ ਗੁਰੂ ਜੀ ਨੇ ਕਰਕੇ ਵੇਖੇ ਨੇ। ਇਹ ਸਿਰਫ ਉਹਨਾਂ ਨੇ ਕੰਸੀਡਰ ਕੀਤੇ ਨੇ, ਇਹਨਾਂ ਦੀ ਪਰਖ ਕੀਤੀ ਹੈ, ਜਾਂਚ ਕੀਤੀ ਹੈ ਤੇ ਉਹਨਾਂ ਨੇ ਨਿਰਣਾ ਕੱਢਿਆ ਕਿ ਇਹਨਾਂ ਨਾਲ ਕੁਝ ਨਹੀਂ ਹੁੰਦਾ। ਤਾਂ ਜਿੱਥੇ ਮੈਂ ਕੀਏ ਕਰਮ ਅਨੇਕਾ ਹੈ ਉਹਦਾ ਭਾਵ ਅਰਥ ਹੀ ਹੋਏਗਾ ਕਿ ਵੀ ਮੈਂ ਇਹ ਸਾਰੇ ਪਰਖ ਲਏ ਹਨ, ਇਹਨਾਂ ਵਿੱਚ ਕੁਝ ਨਹੀਂ ਹੈਗਾ, ਇਹਨਾਂ ਨਾਲ ਮਿਲਾਪ ਨਹੀਂ ਹੋ ਸਕਦਾ। तो ये समस्या है इस शब्द के अंदर कि भाई इन्होंने तरीकों नाल तो नहीं मिल सकता। तो परमात्मा अगे बेनती है कि मैनू विवेक बुद्धि बख्शो कि मैनू पता लगे कि भाई किवें मिलाप हो सकता है। तो बाकी के शब्द के अंदर पूरी डिटेल के अंदर फिर अलग अलग तरीके दस के
ਅੰਤਲੀਆਂ ਪੰਕਤੀਆਂ 'ਚ ਗੁਰੂ ਸਾਹਿਬ ਨੇ ਨਿਰਣਾ ਕੀਤਾ ਕਿ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਤਾਂ ਜਵਾਬ ਇੱਥੇ ਆ ਕੇ ਕੰਕਲੂਜਨ 'ਚ ਦੇ ਦਿੱਤਾ। ਤਾਂ ਹੁਣ ਉਹੀ ਜੋ ਸਮੱਸਿਆ ਰਾਹੋਂ ਦੇ ਪਹਿਲੇ ਪਦੇ ਦੇ ਅੰਦਰ ਗੁਰੂ ਸਾਹਿਬ ਨੇ ਕੁਐਸਚਨ ਰੇਜ਼ ਕੀਤਾ ਸੀ, ਉਹਦਾ ਫਾਈਨਲ ਜੋ ਆਨਸਰ ਹੈ ਇਸੇ ਅਖੀਰਲੀਆਂ ਪੰਕਤੀਆਂ ਦੇ ਰੈਫਰੈਂਸ ਵਿੱਚ ਦੇ ਕੇ ਉਹਦਾ ਜਵਾਬ ਦੂਜੇ ਰਾਹੋਂ ਦੇ ਅੰਦਰ ਦੇ ਦਿੱਤਾ। ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ। तो ਜਿਹੜੀ ਹਰ ਕੀਰਤ ਸਾਧ ਸੰਗਤ ਦੇ ਸਿਰ ਕਰਮਨ ਕੇ ਕਰਮਾਂ ਦੀ ਗੱਲ 8ਵੇਂ ਪਦੇ 'ਚ ਸਮਝਾਈ ਸੀਗੀ, ਉਹ ਜਵਾਬ ਦੇ ਵਜੋਂ ਸੀਗੀ। ਉਹਦਾ ਰੈਫਰੈਂਸ ਦੂਸਰੇ ਰਾਹ ਦੇ ਦੇ ਕੇ तो जो पहले राह ਦੇ ਜੋ ਪ੍ਰਸ਼ਨ ਸੀ ਉਹਦਾ ਜਵਾਬ ਦੂਜੇ ਰਾਹ ਵਿੱਚ ਆ ਗਿਆ। तो ਇਹ ਤਰੀਕਾ ਹੋਰ ਵੀ ਕਈ ਸ਼ਬਦਾਂ 'ਚ ਵਰਤਿਆ ਗਿਆ ਹੈ ਕਿ ਦੋ ਰਾਹ ਹੋਣ ਤੇ ਇੱਕ ਰਾਹ ਦੇ ਅੰਦਰ ਸਮੱਸਿਆ ਜਾਂ ਕੋਈ ਕੁਐਸਚਨ ਹੁੰਦਾ ਹੈ, ਦੂਸਰੇ ਰਾਹ ਦੇ ਵਿੱਚ ਉਹਦਾ ਨਿਰਣਾ ਤੇ ਜਾਂ ਉਹਦਾ ਆਨਸਰ ਹੁੰਦਾ ਹੈ। ਹੁਣ ਗੱਲ ਰਹਿ ਗਈ ਬਾਕੀ ਦੋ ਤੋਂ ਬਾਅਦ ਰਾਹ ਵਾਲੇ ਸ਼ਬਦਾਂ ਦੀ। ਉਹਨਾਂ ਦੀ ਵੀ ਅਸੀਂ ਦੋ ਤਿੰਨ ਮਿਸਾਲਾਂ ਦੇਖ ਲੈਂਦੇ ਹਾਂ। ਇੱਕ ਪਹਿਲਾ ਸ਼ਬਦ ਹੈਗਾ ਹੈ ਗੁਰੂ ਗ੍ਰੰਥ ਸਾਹਿਬ ਦੇ ਪੰਨਾ 16 ਦੇ ਉੱਪਰ ਸ੍ਰੀ ਰਾਗ ਦੇ ਅੰਦਰ, ਜਿਹਦੇ ਰਾਹ ਦੀ ਪੰਕਤੀਆਂ ਹਨ ਬਾਬਾ ਹੋਰ ਖਾਣਾ ਖੁਸ਼ੀ ਇੱਕ ਵਾਰ। तो ਵੀਰ ਜੀ ਨੂੰ ਬੇਨਤੀ ਕਰਾਂਗਾ ਜਿਹੜਾ ਪੰਨਾ 16 ਦੇ ਉੱਤੇ ਬਾਬਾ ਹੋਰ ਖਾਣਾ ਖੁਸ਼ੀ ਇੱਕ ਵਾਰ ਜਿਹੜਾ ਜਿਹਦੇ ਚ ਰਾਹ ਦੀ ਪੰਕਤੀ ਹੈ ਉਹ ਜ਼ਰਾ ਡਿਸਪਲੇ ਕਰਵਾ ਦੇਣ। ਹਾਂਜੀ, तो ਇਹ ਸ਼ਬਦ ਆਰੰਭ ਤੋਂ ਜੋ ਹੈ ਉੱਪਰੋਂ ਹੁੰਦਾ ਹੈ, ਜਿਹਦੇ ਸਭ ਰਸ ਮਿੱਠੇ ਮੰਨਿਆ ਸੁਣਿਆ ਸਾਲੋਨੇ। तो ਉਹ ਪਹਿਲੇ ਪਤੇ ਦੇ ਅੰਦਰ ਖਾਣ ਪੀਣ ਦੀਆਂ ਜਿਹੜੀਆਂ ਵਸਤੂਆਂ ਨੇ ਉਹਨਾਂ ਦੇ ਸਵਾਦਾਂ ਬਾਰੇ ਗੱਲ ਕੀਤੀ ਗਈ ਹੈ ਤੇ ਉਹਨਾਂ ਖਾਣ ਪੀਣ ਦੀ ਵਸਤੂਆਂ ਦਾ ਜ਼ਿਕਰ ਕਰਕੇ ਫਿਰ ਪਹਿਲੇ ਪਦੇ ਤੋਂ ਬਾਅਦ ਇੱਕ ਰਾਹ ਹੈ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜੀ ਹੈ ਮਨ ਮੈਂ ਚੱਲਾਂ ਵਿਕਾਰ। ਇਸੇ ਤਰ੍ਹਾਂ ਫਿਰ ਦੂਜੇ ਪਦੇ ਦੇ ਅੰਦਰ ਪਹਿਨਣ ਵਾਲੀਆਂ ਚੀਜ਼ਾਂ ਦਾ ਜ਼ਿਕਰ ਹੈ, ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤਦਾਨ ਨੀਲੀ ਸੇ, ਤੋਂ ਵੱਖਰੇ ਵੱਖਰੇ ਰੰਗਾਂ ਦੇ ਔਰ ਕੱਪੜਿਆਂ ਦਾ ਜ਼ਿਕਰ ਹੈ। ਤੇ ਉਹਦੇ ਬਾਅਦ ਦੂਜਾ ਰਾਹ ਆ ਜਾਂਦਾ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦਾ ਤਨ ਪੀੜੀ ਹੈ ਮਨ ਮੈਂ ਚੱਲਾਂ ਵਿਕਾਰ। ਇਸੇ ਤਰ੍ਹਾਂ ਹੀ ਇਸ ਸ਼ਬਦ ਦੇ ਤੀਸਰੇ ਪਦੇ ਦੇ ਅੰਦਰ ਫਿਰ ਜਿਹੜੇ ਸਵਾਰੀ ਦੇ ਸਾਧਨ ਹਨ ਘੋੜੇ ਪਾਖਰ ਸੋਇਨੇ ਸਾਖਤ, ਇਸ ਤਰ੍ਹਾਂ ਉਹਨਾਂ ਦਾ ਜ਼ਿਕਰ ਕੀਤਾ ਹੈ। ਤੇ ਫਿਰ ਇਹਦਾ ਤੀਸਰਾ ਰਾਹ ਹੈ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿਤ ਚੜ੍ਹਿਆ ਤਨ ਪੀੜੀ ਹੈ ਮਨ ਮੈਂ ਚੱਲਾਂ ਵਿਕਾਰ। ਇਸੇ ਤਰ੍ਹਾਂ ਹੀ ਚੌਥੇ ਪਦੇ ਦੇ ਅੰਦਰ ਫਿਰ ਪਰਮਾਤਮਾ ਦੇ ਹੁਕਮ ਦੀ ਜੋ ਖੇਡ ਹੈ ਉਹਦੀ ਗੱਲ ਨਾਲ ਕੀਤੀ ਹੈ ਤੇ ਉਹਦੇ ਤੋਂ ਅਵੇਸਲੇਪਨ ਬਾਰੇ ਵੀ ਸੁਚੇਤ ਕੀਤਾ ਹੈ ਕਿ ਘਰ ਮੰਦਰ ਖੁਸ਼ੀ ਨਾਮ ਕੀ ਨਜ਼ਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ। ਇਹ ਪੂਛ ਨਾ ਕਰੇ ਵਿਚਾਰ ਜਿਹੜੀ ਹੈ ਇਹ ਹੁਕਮ ਦੀ ਅਵੇਸਲੇਪਨ ਵੱਲ ਇਸ਼ਾਰਾ ਕਰਦੀ ਹੈ। ਜਿਹੜਾ ਬੰਦਾ ਲਾਪਰਵਾਹ ਹੈ ਹੁਕਮ ਦੀ ਖੇਡ ਤੋਂ ਪਰਮਾਤਮਾ ਦੀ ਨਜ਼ਰ ਤੋਂ ਉਹਨੂੰ ਉਸ ਅਵੇਸਲੇਪਨ ਦਾ ਜੋ ਜ਼ਿਕਰ ਹੈ ਉਸ ਵੱਲੋਂ ਸੁਚੇਤ ਕਰਨ ਵਾਸਤੇ ਫਿਰ ਚੌਥੇ ਰਾਹ ਦੇ ਅੰਦਰ ਗੱਲ ਆਈ ਹੈ ਬਾਬਾ ਹੋਰ ਸੋਨਾ ਖੁਸ਼ੀ ਖੁਆਰ ਜਿਤ ਸੁੱਤੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਉੱਥੇ ਜੋ ਸੌਣ ਦਾ ਜੋ ਭਾਵ-ਅਰਥ ਹੈ ਉਹ ਇਹ ਜੋ ਅਸੀਂ ਰਾਤ ਵੇਲੇ ਨੀਂਦਰ ਪੂਰੀ ਕਰਨ ਵਾਸਤੇ ਸੌਂਦੇ ਹਾਂ ਉਸ ਵੱਲ ਇਸ਼ਾਰਾ ਨਹੀਂ ਹੈ, ਇਹ ਸੁੱਤੇ ਹੋਣਾ ਅਵੇਸਲੇਪਨ ਵਾਸਤੇ ਇਸ਼ਾਰਾ ਹੈ। ਜਿਸ ਤਰ੍ਹਾਂ ਕਿ ਚੌਥੇ ਪਦੇ ਦੇ ਅੰਦਰ ਗੱਲ ਆਈ ਹੈ ਕਿ ਪੂਛ ਨਾ ਕਰੇ ਵਿਚਾਰ। ਇਹ ਫਿਰ ਉਹਦੇ ਬਾਰੇ ਫਿਰ ਉਹਦੇ ਰਾਹ ਦੇ ਵਿੱਚ ਗੱਲ ਕੀਤੀ ਗੁਰੂ ਸਾਹਿਬ ਨੇ ਕਿ ਬਾਬਾ ਹੋਰ ਸੋਨਾ ਖੁਸ਼ੀ ਖੁਆਰ ਜਿਤ ਸੁੱਤਾ ਹੈ ਤਨ ਪੀੜੀਆ ਮਨ ਮੈਂ ਚੱਲਾਂ ਵਿਕਾਰ। तो ਇਹ ਇੱਥੋਂ ਗੱਲ ਥੋੜੀ ਸਾਨੂੰ ਆਈਡੀਆ ਹੋਣਾ ਸ਼ੁਰੂ ਹੋ ਗਿਆ ਕਿ ਵੀ ਇਹ ਚਾਰ ਪਦੇ ਹਨ ਜਿਨ੍ਹਾਂ ਦੇ ਅੰਦਰ ਚਾਰ ਵੱਖ-ਵੱਖ ਅੰਗ ਲੈ ਕੇ ਅਲਟੀਮੇਟਲੀ ਗੱਲ ਜੋ ਹੈ ਪਰਮਾਤਮਾ ਦੀ ਰਜ਼ਾ ਦੀ ਹੁਕਮ ਮੰਨਣ ਦੀ ਗੱਲ ਕੀਤੀ ਗਈ ਹੈ। ਪਰ ਉਹ ਚਾਰਾਂ ਦੇ ਵਿੱਚ ਮਿਸਾਲਾਂ ਵੱਖੋ ਵੱਖਰੀਆਂ ਦਿੱਤੀਆਂ ਹਨ ਤੇ ਉਹਨਾਂ ਮਿਸਾਲਾਂ ਨੂੰ ਸਮਝਾਉਣ ਵਾਸਤੇ ਜਿਹੜਾ ਉਹਨਾਂ ਦੇ ਅੰਦਰ ਕਾਮਨ ਲਿੰਕ ਹੈ ਉਸ ਲਿੰਕ ਨੂੰ ਐਸਟੈਬਲਿਸ਼ ਕਰਨ ਵਾਸਤੇ ਰਾਹ ਦੇ ਚਾਰ ਬੰਦ ਇਸਤੇਮਾਲ ਕੀਤੇ ਗਏ ਹਨ। ਜੇ ਚਾਰੋਂ ਰਾਹ ਇੰਡੀਪੈਂਡੈਂਟਲੀ ਪੜ੍ਹੇ ਜਾਣ तो बाबा होर खाना खुशी खुआर, बाबा होर पहनन खुशी खुआर, बाबा होर चढ़ना खुशी खुआर, बाबा होर सौना खुशी खुआर, ये चारों एक लिंक इन्हां दे अंदर अपने आप विच है। भावें शब्द दे अंदर वखरी वखरी मिसालां इस्तेमाल कीतियां गईयां हन। इसी तरह एक शब्द होर असीं देखदे हां पन्ना नंबर 96 दे उत्ते माझ राग दे अंदर मेरा मन लोचा है गुरदर्शन ताई। उस शब्द दे अंदर भी चार राह ने। एक सेकंड जो शब्द डिस्प्ले करा दे, मेरा मन लोचा है गुरदर्शन ताई। हाँ जी, तो इस शब्द के अंदर भी देखो गुरु अर्जन पातशाह का शब्द है। मैं वैसे पासिंग रेफरेंस दे दिया कि भाई इस शब्द का बहुत साढ़े बुलारियां ने और कथा करने वाले ने मिसयूज किया है गुरु अर्जन पातशाह की चिट्ठियां की कहानी नाल जोड़ के
ਉਹ ਵੱਖਰਾ ਵਿਸ਼ਾ ਹੈ, ਉਹਦਾ ਚਿੱਠੀਆਂ ਦਾ ਇਸ ਨਾਲ ਕੋਈ ਤਾਲੁਕ ਹੈ ਨਹੀਂ ਹੈ, ਉਹ ਕਹਾਣੀ ਬਿਲਕੁਲ ਹੀ ਮਨ ਘੜਤ ਹੈ। ਖੈਰ, ਕੱਲ ਅਸੀਂ ਕਰੀਏ ਸ਼ਬਦ ਦੇ ਅਰਥਾਂ ਦੀ ਔਰ ਰਹਾਉ ਦੇ ਜੋ ਕਨਸੈਪਟ ਦੇ ਅੰਦਰ 4 ਰਹਾਉ ਨੇ। ਤਾਂ ਪਹਿਲੇ ਪਦੇ ਦੇ ਅੰਦਰ ਗੁਰੂ ਦੇ ਦਰਸ਼ਨਾਂ ਦੀ ਤਾਂਘ ਦੀ ਗੱਲ ਕੀਤੀ ਗਈ ਹੈ, ਜਿਹਦੇ ਵਿੱਚ ਚਾਤਰਿਕ ਦਾ ਮਿਸਾਲ ਲਈ ਗਈ ਹੈ, ਪਿਆਸ ਦੀ ਗੱਲ ਕੀਤੀ ਗਈ ਹੈ, ਔਰ ਪਰੰਤੂ ਪਰਮਾਤਮਾ ਦੇ ਦਰਸ਼ਨਾਂ ਤੋਂ ਬਿਨਾਂ ਜਿਹੜਾ ਹੈ ਮੈਨੂੰ ਜੋ ਹੈ ਸ਼ਾਂਤੀ ਨਹੀਂ ਆਉਂਦੀ। ਇੱਕ ਸੈਕਿੰਡ ਖਿਮਾ ਕਰਨਾ। ਉਸੇ ਸਬਜੈਕਟ ਮੈਟਰ ਨੂੰ ਸਮਝਾਉਣ ਵਾਸਤੇ ਜੋ ਉਹਦਾ ਫਿਰ ਰਾਹੋ ਹੈ ਕਿ ਹੋਂ ਕੋਲੀ ਜਿਉ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ। ਤੋ ਰਾਹੋ ਦੇ ਬੰਦ ਦੇ ਅੰਦਰ ਗੁਰੂ ਦੇ ਦਰਸ਼ਨਾਂ ਦੇ ਬਾਰੇ ਜਿਹੜੀ ਤਾਂਘ ਹੈ ਉਹਦੀ ਗੱਲ ਕਰ ਦਿੱਤੀ ਗਈ ਹੈ। ਦੂਸਰੇ ਪਦੇ ਦੇ ਅੰਦਰ ਫਿਰ ਪਰਮਾਤਮਾ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਉਹਦੇ ਦੀਦਾਰ ਦੀ ਤਾਂਘ ਦੀ ਗੱਲ ਕੀਤੀ ਗਈ ਹੈ। ਨਾਲ ਹੀ ਉਹਦਾ ਜੋ ਸਰੂਪ ਮਨ ਦੇ ਅੰਦਰ ਬੈਠਿਆ ਹੁੰਦਾ ਹੈ, ਤੇਰਾ ਮੁਖ ਸੁਹਾਵਾ ਜੀਓ ਸਹਿਜ ਤੁਲਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਤਨਸੂ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ। ਤਾਂ ਉਹਦੇ ਵਿੱਚ ਪਰਮਾਤਮਾ ਦੇ ਇੱਕ ਜਿਵੇਂ ਮਨ ਦੇ ਅੰਦਰ ਇੱਕ ਨਕਸ਼ਾ ਬਣਿਆ ਹੋਇਆ ਹੈ, ਉਹਦੇ ਦਰਸ਼ਨਾਂ ਦੀ ਤਾਂਘ ਹੈ ਜੋ ਮੈਂ ਆਪਣੇ ਮਨ 'ਚ ਸਰੂਪ ਖੜਿਆ ਹੋਇਆ ਹੈ, ਤਾਂ ਉਹ ਮੈਨੂੰ ਪਿਆਰਾ ਲੱਗਦਾ ਹੈ, ਤੂੰ ਮੈਨੂੰ ਮੇਰਾ ਸੱਜਣ ਲੱਗਦਾ ਹੈ। ਇਹ ਗੱਲ ਐਕਸਪਲੇਨ ਕੀਤੀ ਗਈ ਹੈ। ਉਸੇ ਨੂੰ ਬਰੀਫ ਵਿੱਚ ਫਿਰ ਦੂਸਰੇ ਰਾਹ ਦੇ ਅੰਦਰ ਗੁਰੂ ਸਾਹਿਬ ਨੇ ਸੇਮ ਜੋ ਸ਼ਬਦਾਵਲੀ ਵਰਤ ਕੇ ਗੱਲ ਸਪਸ਼ਟ ਕਰ ਦਿੱਤੀ ਵੀ ਹੋਂ ਕੋਲੀ ਹੋਂ ਕੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ। ਇਸੇ ਤਰ੍ਹਾਂ ਹੀ ਤੀਸਰਾ ਪਦਾ ਹੈ, ਉਹਦੇ ਵਿੱਚ ਵੀ ਮਿਲਾਪ ਦੀ ਜਿਹੜੀ ਹੁਣ ਹੋਰ ਤੜਪ ਵੱਧ ਗਈ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ ਮੋਇ ਰਹਿਣ ਨਾ ਵਿਆਹਵੇ ਨੀਂਦ ਨਾ ਆਵੇ ਬਿਨ ਦੇਖੇ ਗੁਰੂ ਦੇ ਬਾਰੇ ਜੀਓ। ਉੱਥੇ ਜਿੱਥੇ ਗੁਰੂ ਦਾ ਵਾਸਾ ਹੈ, ਪ੍ਰਮਾਤਮਾ ਦਾ ਵਾਸਾ ਹੈ, ਮੈਨੂੰ ਉਸ ਤੋਂ ਬਿਨਾਂ ਚੈਨ ਨਹੀਂ ਮਿਲਦੀ। ਉਸੇ ਭਾਵ ਅਰਥ ਨੂੰ ਸੰਖੇਪ ਵਿੱਚ ਕਰਦਿਆਂ ਤੀਸਰੇ ਰਾਹ ਦੇ ਗੱਲ ਸਪਸ਼ਟ ਕਰ ਦਿੱਤੀ, ਹੋਂ ਕੋਲੀ ਜੀਓ ਕੋਲ ਕਮਾਈ ਤੇ ਸੱਚੇ ਗੁਰੂ ਦਰਬਾਰੇ ਜੀਓ। ਇਸੇ ਤਰ੍ਹਾਂ ਫਿਰ ਚੌਥੇ ਪਦੇ 'ਚ ਹੁਣ ਜਾ ਕੇ ਮਿਲਾਪ ਦੀ ਅਵਸਥਾ ਦੀ ਗੱਲ ਆ ਗਈ ਕਿ ਭਾਗ ਹੋਆ ਗੁਰੂ ਸੰਤ ਮਿਲਾਇਆ ਪ੍ਰਭ ਵਿਨਾਸ਼ੀ ਘਰ ਮੈਂ ਪਾਇਆ ਸੇਵ ਕਰੀ ਪਲ ਚੱਸਾ ਨਾ ਵਿਛਣਾ ਜਨ ਨਾਨਕ ਦਾਸ ਤੁਮਾਰੇ ਜੀਓ। ਸਮਰਪਣ ਦੀ ਗੱਲ ਆ ਗਈ ਤੇ ਨਾਲ ਹੀ ਆ ਗਈ ਕਿ ਘਰ ਵਿੱਚ ਹੀ ਪ੍ਰਮਾਤਮਾ ਦੇ ਦੀਦਾਰ ਹੋ ਗਏ। ਜਿਹੜੀ ਮੇਰੀ ਭਟਕਣਾ ਸੀ, ਮੇਰੀ ਤੜਪ ਸੀ, ਉਹਦਾ ਨਿਵਾਰਨ ਮੈਨੂੰ ਆਪਣੇ ਹਿਰਦੇ ਵਿੱਚੋਂ ਹੀ ਹੋ ਗਿਆ। ਤੋ ਉਹ ਹੋਇਆ ਕਿਵੇਂ? ਜਦੋਂ ਆਪਾਂ ਭਾਵ ਸਮਰਪਣ ਦੀ ਕੀਤਾ। ਸਮਰਪਣ ਦੀ ਭਾਵਨਾ ਜਿਹੜੀ ਹੈ ਉਹ ਸੈਂਟਰਲ ਆਈਡੀਆ ਹੈ ਉਸ ਚੌਥੇ ਪਦੇ ਦਾ। ਉਹਨੂੰ ਫਿਰ ਚੌਥੇ ਰਾਹ ਦੇ ਅੰਦਰ ਗੱਲ ਸਪਸ਼ਟ ਕਰ ਦਿੱਤੀ ਕਿ ਹੋਂ ਕੋਲੀ ਜੀਓ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਓ। ਤੋ ਇਹ ਚਾਰਾਂ ਰਾਹ ਦੇ ਅੰਦਰ ਜਿਹੜੇ 4 ਪਦਿਆਂ ਦੇ ਅੰਦਰ ਗੱਲ ਡਿਸਕਸ ਕੀਤੀ ਗਈ, ਉਹਨਾਂ ਦਾ ਹੀ ਭਾਵ ਸੰਖੇਪ ਵਿੱਚ ਕਰਕੇ ਚਾਰੋਂ ਰਾਹ ਦੇ ਅੰਦਰ ਦੇ ਦਿੱਤਾ ਗਿਆ। ਪਰ ਚਾਰਾਂ ਦੇ ਅੰਦਰ ਇੱਕ ਲੜੀ ਇੱਕ ਲਿੰਕ ਕਾਇਮ ਰੱਖਿਆ ਗਿਆ ਹੋਂ ਕੋਲੀ ਜੀਓ ਕੋਲ ਕਮਾਈ ਦਾ। ਉਹ ਇਹ ਟੈਕਨੀਕ ਗੁਰੂ ਸਾਹਿਬ ਨੇ ਵਰਤੀ ਜਿੱਥੇ ਤੱਕ ਮੈਨੂੰ ਸਮਝ ਆਈ ਹੈ ਵੀ ਜਿੱਥੇ ਵੀ ਮਲਟੀਪਲ ਰਾਹ ਹੈਗੇ ਨੇ। ਇਸੇ ਤਰ੍ਹਾਂ ਹੀ ਇੱਕ ਸਿਰਫ ਦਿਖਾਉਣ ਵਾਸਤੇ ਮੈਂ ਮਿਸਾਲ ਇੱਕ ਹੋਰ ਬੇਨਤੀ ਕਰਾਂਗਾ। ਜਿਹੜਾ 660 ਪੰਨੇ ਤੇ ਇੱਕ ਸ਼ਬਦ ਹੈ, ਜਿਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ। ਤਨਾਸਰੀ ਰਾਗ ਦੇ जियो डरत है अपना कैस्यों करी पुकार। ये डिस्प्ले करा दो, जियो डरत है अपना जे समा ऊपर हो गया तो मैं फिर उसको छड़ देता हाँ। तो मतलब जो मेन गल जो क्लीयर होनी है वही है कि जिथे 4 राहो या वध राहो होंदे ने उन्हां चारां दे विच एक कॉमन लड़ी हुंदी लिंक हुंदा है ਤੇ ਜਿਹੜੇ ਉਹ ਅਲੱਗ-ਅਲੱਗ ਪਦੇ ਹੁੰਦੇ ਨੇ। ਇੱਕ ਪਦੇ ਦਾ ਜੋ ਭਾਵ ਅਰਥ ਹੁੰਦਾ ਉਹ ਰਾਹ ਦੇ ਅੰਦਰ ਸੰਖੇਪ ਵਿੱਚ ਨਾਲ ਦਿੱਤਾ ਗਿਆ ਹੁੰਦਾ ਹੈ। ਜੋ ਚਾਰਾਂ ਰਾਹ ਨੂੰ ਅਗਰ ਮਿਲਾ ਕੇ ਪੜੋ ਤਾਂ ਇੱਕ ਲੜੀ ਬਣ ਜਾਂਦੀ ਹੈ। तो मेरे हिसाब नाल इस अखर नाल गल स्पष्ट हो जानी चाहिए है। तीसरी मिसाल जी भाई साहब जोड़े भी हैं पाठ आप करके देखेंगे तो भी आइडिया उतों भी क्लीयर हो जाएगा। वाहिगुरू जी का खालसा वाहिगुरू जी की फतेह। प्रिया जी MP सिंह जी ने पूरा एक्सप्लेन किया नाल गुरबाणी की उदाहरण दे के। तो फिर भी अगर किसी दे कोई होर मन च नवा ख्याल है या कोई चीज़ नूं करैक्शन या एडिशन करनी है तो कृपा करके अपना सवाल जिहड़ा वो भेज सकते हैं। ਅੱਜ 7-8 ਮਿੰਟ ਸਮਾਂ ਜ਼ਿਆਦਾ ਹੋ ਗਿਆ ਉਧਰੀ ਆਪਸ ਵਿੱਚ ਮੈਂ ਸੰਗਤ ਪਾਸੋਂ ਖਿਮਾ ਮੰਗਦਾ। ਇੱਕ ਸੱਜਣ ਦਾ ਚੈਟ ਵਿੱਚ ਮੈਸੇਜ ਆਇਆ ਹੈ ਕਿ ਅੰਕ 81-82 ਤੇ ਵਣਜਾਰਾ ਬਾਣੀ ਦੇ ਅੰਦਰ ਇੱਕ ਸ਼ਬਦ ਹੈ ਜਿਹਦੇ 6 ਰਹਾਉ ਨੇ। तो ਬੇਨਤੀ ਹੈ ਕਿ ਅਸੀਂ ਉਸ ਸ਼ਬਦ ਨੂੰ ਦੁਬਾਰਾ ਪੜਾਂਗੇ ਸਮਝਾਂਗੇ। ਜੇ ਕੋਈ ਗੱਲ ਉਹਦੇ ਚੋਂ ਫਿਰ ਹੋਰ ਸ਼ੇਅਰ ਕਰਨ ਵਾਲੀ ਹੋਈ ਤਾਂ ਅਗਲੇ ਸੋਮਵਾਰ ਨੂੰ ਲੈ ਲਾਂਗੇ। ठीक है, शुक्रिया जी। तो सारी संगत का बहुत बहुत शुक्रिया और सारे पैनल के वीरां का भी मैं बहुत बहुत धन्यवाद करदा। तो आओ सारे फतेह ਦੀ ਸਾਂਝ ਕਰੀਏ ਜੀ। ਵਾਹਿਗੁਰੂ।